फिरत फिरत प्रभ आया, परया तो शरणाई। नानक की प्रभ बेनती, अपनी भगति लाए। नानक की प्रभ बेनती, अपनी भगति लाए। परम सत्कारयोग गुरु महाराज जी के पावन पवित्र चरणों च जुड़ बैठे सत्संगी जनों, आओ कृपा करो आशीष लईए सतगुरु महाराज दी। सारे बड़े प्यार के सत्कार नाल आखो वाहिगुरु जी का खालसा, वाहिगुरु जी की फतेह। सतगुरुदेव महाराज की जय। श्री चंद्र भगवान साहब जी की जय। बड़े ही प्यार सत्कार नाल शुभ भावना लैके सत्संग नूं सरवण करना है। जिस तरह आप जानते हो मौसम खराब है, पर फिर भी गुरु कृपा नाल गुरु मेहर नाल सत्संग की बख्शिश आप सब पे हो रही है। बड़े ही पावन ते पवित्र वचन ने, मारू महला तीजा, काया कंचन शब्द विचारा। तिथै हर वसे जिस दा अंत न पारावारा। काया कंचन शब्द विचारा, तिथै हर वसे जिस दा अंत न पारावारा। अन दिन हर सेवहो साची बाणी, हर जो शब्द मिलाएंदा। हर चित है तिन बलिहार जाओ, गुर कै शब्द तिन मेल मिलाओ। गुर कै शब्द तिन मेल मिलाओ। गुरु महाराज जी दे बड़े पावन ते पवित्र वचन ने। शब्द लंबा है, आपा नाल दी नाल शब्द दा सिमरन शब्द दा जाप करते चलना है। नाल दी नाल गुरु महाराज आपा नूं की समझा रहे हैं, कुछ उदाहरण दे रहे हैं, कुछ ताकीद कर रहे हैं, कुछ जीवन का मूल सानू समझाउण दा यत्न कर रहे हैं, कृपा कर रहे हैं, दया कर रहे हैं। बाणी सारी ब्रह्म ज्ञान है। संतां महात्मा गुरुआं पीरां फकीरां दी बाणी है। उन्होंने ब्रह्म नूं प्राप्त कर लिया। वो ब्रह्म सी, ब्रह्म विच समा गए, ब्रह्म हो गए, अकाल पुरख हो गए। सृष्टि के मार्ग
ਸ੍ਰਿਸ਼ਟੀ ਨੂੰ ਸਾਜਨਹਾਰ ਉਸ ਨਿਰਾਕਾਰ ਦੇ ਵਿੱਚ ਅਪੇਦ ਹੋ ਗਏ। ਉਹਨਾਂ ਨੇ ਆਪਣੇ ਸਫ਼ਰ ਨੂੰ ਬਾਖੂਬੀ ਬਿਆਨ ਕੀਤਾ ਹੈ। ਹੁਣ ਉਹ ਤਾਂ ਬਿਆਨ ਕਰ ਗਏ, ਉਹ ਸਾਨੂੰ ਇੱਕ ਬੜਾ ਵੱਡਾ ਸਰੋਤ, ਬੜੀ ਵੱਡੀ ਬਖਸ਼ਿਸ਼ ਸਾਨੂੰ ਦੇ ਗਏ। ਉਹਨਾਂ ਨੇ ਆਪਣੇ ਪਾਵਨ ਪਵਿੱਤਰ ਬਚਨ ਬੜਾ ਸੋਧ ਕੇ, ਬੜੇ ਸੁੰਦਰ ਢੰਗ ਨਾਲ, ਸੁੰਦਰ ਤਰੀਕੇ ਨਾਲ ਵੇਦ ਵਿਆਸ ਜੀ ਨੇ 4 ਵੇਦਾਂ ਦੀ ਰਚਨਾ ਕੀਤੀ। ਉਸ ਤੋਂ ਇਲਾਵਾ ਬਹੁਤ ਸਾਰੇ ਮਹਾਤਮਾ ਨੇ ਹੋਰ ਗ੍ਰੰਥ ਲਿਖੇ। ਸ੍ਰੀ ਚੰਦਰ ਮਹਾਰਾਜ ਜੀ ਦੀ ਬਾਣੀ ਹੈ, ਉਹਨਾਂ ਦਾ ਗ੍ਰੰਥ ਹੈ। ਵੱਖੋ ਵੱਖਰੇ ਮਹਾਤਮਾ ਦੇਵੀ ਦੇਵਤਿਆਂ ਨੇ ਜੋ ਆਪਣੇ ਅਨੁਭਵ ਲਿਖੇ, ਉਹਨਾਂ ਦੇ ਅਲੱਗ ਗ੍ਰੰਥ ਨੇ। ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦਾ ਆਪਣਾ ਇੱਕ ਬਹੁਤ ਵੱਡਾ ਸਾਗਰ ਸਮੁੰਦਰ ਗ੍ਰੰਥ ਹੈ। ਫਰੀਦ ਜੀ ਦਾ ਆਪਣਾ ਇੱਕ ਬਹੁਤ ਵੱਡਾ ਅਨੁਭਵ ਹੈ। ਉਹਨਾਂ ਨੇ ਬੜੇ ਹੀ ਵਿਰਾਗ ਤੇ ਤਿਆਗਮਈ ਲਹਿਜੇ ਦੇ ਵਿੱਚ ਆਪਣੀ ਬਾਣੀ ਲਿਖੀ ਹੈ। ਇਸੇ ਤਰ੍ਹਾਂ ਗਿਣਤੀ ਤੋਂ ਬਾਹਰ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸੰਸਾਰ ਦੀ ਜਦੋਂ ਤੋਂ ਰਚਨਾ ਹੋਈ ਹੈ ਉਦੋਂ ਤੋਂ ਬ੍ਰਹਮ ਦੀ ਖੋਜ ਨਾਲ ਦੀ ਨਾਲ ਚੱਲ ਪਈ। ਤੋ ਜਿੰਨੀ ਗਹਿਰਾਈ ਵਿੱਚ ਜਾਂਦੇ ਜਾਵਾਂਗੇ, ਹਰ ਦੇਸ਼ ਦੇ ਵਿੱਚ ਸੰਤ ਹੋਏ ਨੇ, ਹਰ ਦੇਸ਼ ਵਿੱਚ ਮਹਾਤਮਾ ਹੋਏ ਨੇ। ਅੱਜ ਭਾਵੇਂ ਦੇਸ਼ਾਂ ਦੀ ਹਾਲਤ ਕੁਛ ਵੀ ਹੈ, ਸਮਾਂ ਪਾ ਕੇ ਕੁਛ ਦੇਸ਼ ਨਾਸਤਿਕ ਬਣ ਗਏ, ਸਮਾਂ ਪਾ ਕੇ। ਪਰ ਐਸਾ ਨਹੀਂ ਹੈ ਕਿ ਉਹਨਾਂ ਦੇਸ਼ਾਂ ਵਿੱਚ ਮਹਾਤਮਾ ਨਹੀਂ ਹੋਏ, ਐਸਾ ਨਹੀਂ ਹੈ। ਸਾਡੇ ਦੇਸ਼ ਵਿੱਚ ਵੀ ਬਹੁਤ ਸਾਰੇ ਐਸੇ ਤਬਕੇ ਨੇ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਸੰਤਾਂ ਨੂੰ, ਮਹਾਤਮਾ ਦੀ ਬਾਣੀ ਨੂੰ ਨਹੀਂ ਮੰਨਦੇ। ਇਸੇ ਤਰ੍ਹਾਂ ਇਹਨਾਂ ਲੋਕਾਂ ਦਾ ਫੈਲਾਓ ਤੇ ਘਟਾਓ ਜਾਰੀ ਰਹਿੰਦਾ ਹੈ। ਕਦੇ ਕੋਈ ਪਲੜਾ ਭਾਰੀ ਹੋ ਜਾਂਦਾ ਹੈ, ਕਦੇ ਕੋਈ ਪਲੜਾ ਭਾਰੀ ਹੋ ਜਾਂਦਾ ਹੈ। ਕਦੇ ਮੰਨਣ ਵਾਲੇ ਜ਼ਿਆਦੇ ਹੋ ਜਾਂਦੇ ਨੇ, ਕਦੇ ਤੋੜਨ ਵਾਲੇ ਜ਼ਿਆਦੇ ਹੋ ਜਾਂਦੇ ਨੇ। ਪਰ ਆਪਾਂ ਵੇਖਣਾ ਇਹ ਹੈ ਕਿ ਇਹਨਾਂ ਦੋਵਾਂ ਦੇ ਵਿੱਚੋਂ ਆਨੰਦ ਵਿੱਚ ਕੌਣ ਹੈ। ਆਨੰਦ ਵਿੱਚ ਵੇਖਣਾ ਹੋਵੇ ਤੇ ਉਹਨਾਂ ਦੇ ਚਿਹਰੇ ਤੋਂ, ਉਹਨਾਂ ਦੇ ਹਾਵ ਭਾਵ ਤੋਂ, ਉਹਨਾਂ ਦੇ ਰਹਿਣ ਸਹਿਣ ਤੋਂ, ਉਹਨਾਂ ਦੇ ਬਚਨਾਂ ਤੋਂ ਵੇਖਿਆ ਜਾ ਸਕਦਾ ਹੈ। ਪਰ ਜਿਹੜੇ ਇਸ ਆਨੰਦ ਨੂੰ ਪ੍ਰਾਪਤ ਕਰਕੇ ਚਲੇ ਗਏ ਤੇ ਦੂਸਰੇ ਜਿਹੜੇ ਇਹਨੂੰ ਨਹੀਂ ਮੰਨਦੇ ਸੀ, ਜਿਹੜੇ ਕਹਿੰਦੇ ਸੀ ਸਾਡੇ ਹਾਥੀ ਡੋਰ ਹੈ ਸਿਕੰਦਰ ਵਰਗੇ, ਉਹਨਾਂ ਨੂੰ ਜੇ ਦੇਖਣਾ ਹੋਵੇ ਤਾਂ ਫਿਰ ਸਾਨੂੰ ਉਹਨਾਂ ਦੀਆਂ ਲਿਖਤਾਂ ਪੜ੍ਹਨੀਆਂ ਪੈਣਗੀਆਂ, ਉਹਨਾਂ ਦੇ ਇਤਿਹਾਸ ਪੜ੍ਹਨੇ ਪੈਣਗੇ, ਉਹਨਾਂ ਦੀ ਰਚਨਾਵਾਂ ਪੜ੍ਹਨੀਆਂ ਪੈਣਗੀਆਂ। ਉਹ ਕੀ ਲਿਖ ਗਏ ਤੇ ਉਹ ਕੀ ਲਿਖ ਗਏ। ਜਿਹੜਾ ਹਮ ਖੁਦਾ ਸਮਝਦਾ ਸੀ, ਜਿਹੜਾ ਉਸ ਨਿਰਾਕਾਰ ਨੂੰ, ਪਰਮੇਸ਼ਰ ਨੂੰ ਨਹੀਂ ਮੰਨਦਾ ਸੀ, ਉਹਦਾ ਜਦੋਂ ਤੁਸੀਂ ਰਚਨਾ ਪੜੋਗੇ ਉਹ ਫੋਕੀ ਹੋਈ, ਕੋਈ ਰਸ ਨਹੀਂ ਹੋਏਗਾ, ਫੋਕੀ ਹੋਈ, ਸਿਰਫ ਦੁਨਿਆਵੀ ਤਕਰੀਰ ਹੋਏਗੀ, ਫਿਲਾਸਫੀ ਹੋਏਗੀ, ਆਮ ਗੱਲਾਂ ਹੋਣਗੀਆਂ ਜਿਹੜੀਆਂ ਤੁਸੀਂ ਅੱਜ ਵੀ ਕਰ ਰਹੇ ਹੋ, ਉਹ ਉਦੋਂ ਲਿਖ ਗਏ। ਜਿਹੜੇ ਜੁੜੇ ਸੀ, ਜਿਹੜੇ ਪਰਮੇਸ਼ਰ ਨੂੰ ਮੰਨਦੇ ਸੀ, ਜਿਹੜੇ ਉਹਦੀ ਹੋਂਦ ਵਿੱਚ ਪੈਦਾ ਹੋਏ ਤੇ ਉਹਦੀ ਹੋਂਦ ਵਿੱਚ ਹੀ ਸਮਾ ਗਏ,
ਉਹਨਾਂ ਦੀ ਜਦੋਂ ਇੱਕ ਪੰਕਤੀ ਪੜ੍ਹੋਗੇ ਨਾ, ਇੱਕ ਪੰਕਤੀ, ਇੱਕ ਸ਼ਬਦ ਪੜ੍ਹੋਗੇ ਤੇ ਤੁਹਾਡੇ ਅੰਦਰੋਂ ਪਿਆਰ ਤੇ ਵਿਰਾਗ ਉੱਠ ਖੜੇਗਾ। ਤੁਹਾਡੀ ਆਤਮਾ ਗਵਾਹੀ ਭਰੇਗੀ ਉਸ ਬਚਨ ਦੀ। ਕਿਤੇ ਨਿਰਪੱਖ ਹੋ ਕੇ ਪੜ੍ਹ ਕੇ ਦੇਖੋ। ਇਸ ਕਰਕੇ ਉਹ ਗਿਆਨ ਦੇ ਸਾਗਰ ਸੀ ਤੇ ਉਹਨਾਂ ਨੂੰ ਗੁਰੂ ਦਾ ਦਰਜਾ ਮਿਲਿਆ, ਗੁਰੂ ਦਾ। ਗੁਰੂ ਕਿਹੜੇ? ਸੱਚੇ। ਇੱਕ ਦੁਨਿਆਵੀ ਗਿਆਨ ਹੈ, ਇੱਕ ਅਧਿਆਤਮਕ ਗਿਆਨ। ਹੁਣ ਜਦੋਂ ਅਧਿਆਤਮਕ ਗਿਆਨ ਦਾ ਸਿਖਰ ਹੋ ਗਿਆ, A ਤੋਂ ਲੈ ਕੇ Z ਤੱਕ ਸਾਰਾ ਸਫ਼ਰ ਪੂਰਾ ਕਰ ਲਿਆ ਗਿਆ। ਪੂਰਾ ਕਰਨ ਤੋਂ ਬਾਅਦ ਉਹਨਾਂ ਜਦੋਂ ਆਪਣਾ ਅਨੁਭਵ ਲਿਖਿਆ ਤਾਂ ਉਹਨਾਂ ਨੂੰ ਬੜੇ ਸਾਰੇ ਨਾਵਾਂ ਨਾਲ ਸਤਿਕਾਰਿਆ ਗਿਆ, ਮਾਣ ਦਿੱਤਾ ਗਿਆ। ਗੁਰਦੇਵ, ਮਹਾਰਾਜ, ਮਹਾਤਮਾ, ਸੰਤ, ਬ੍ਰਹਮ ਗਿਆਨੀ, ਦੇਵਤੇ, ਬਹੁਤ ਸਤਿਕਾਰ ਦਿੱਤਾ ਗਿਆ। ਉਹਨਾਂ ਨੂੰ ਮੰਨਣ ਵਾਲਿਆਂ ਨੇ ਬਹੁਤ ਸਤਿਕਾਰ ਦਿੱਤਾ ਤੇ ਉਹਨਾਂ ਦੇ ਜੋ ਪਾਏ ਹੋਏ ਪੂਰਨੇ ਸੀ, ਜੋ ਦਿੱਤੀਆਂ ਹੋਈਆਂ ਦਿਸ਼ਾਵਾਂ ਸੀ, ਉਹਨਾਂ ਨੂੰ ਮੰਨਿਆ। ਆਪਾਂ ਵੀ ਉਸੇ ਲੜੀ ਦੇ ਤਹਿਤ ਉਸੇ ਹੀ ਲੜੀ ਦੇ ਤਹਿਤ ਆਪਾਂ ਇਹ ਸਤਸੰਗ ਕਰ ਰਹੇ ਹਾਂ। ਆਪਾਂ ਉਸ ਨਿਰਾਕਾਰ ਨੂੰ, ਪਰਮਾਤਮਾ ਨੂੰ ਮੰਨਣ ਵਾਲਿਆਂ ਦੀ ਲਾਈਨ ਵਿੱਚ ਖੜੇ ਤੇ ਆਪਣੇ ਵੱਡਿਆਂ ਦੀਆਂ, ਆਪਣੇ ਬਜ਼ੁਰਗਾਂ ਦੀਆਂ, ਆਪਣੇ ਗੁਰੂਆਂ ਦੀਆਂ, ਆਪਣੇ ਸੰਤਾਂ ਦੀਆਂ ਸੇਧਾਂ ਦੇ ਉੱਤੇ ਆਪਾਂ ਚੱਲ ਰਹੇ ਹਾਂ। ਔਰ ਜਿਨ੍ਹਾਂ ਦੀਆਂ ਰਚਨਾਵਾਂ, ਜਿਨ੍ਹਾਂ ਦੀ ਬਾਣੀ ਤੁਸੀਂ ਪੜ੍ਹ ਰਹੇ ਹੋ, ਉਹ ਕਿਤੇ ਗਏ ਨਹੀਂ। ਇੱਕ ਭੇਦ ਜਾਣਨਾ, ਜਿਹੜੇ ਉਹ ਨਿਰਾਕਾਰ ਦੇ, ਨਿਰੰਕਾਰ ਦੇ, ਬ੍ਰਹਮ ਦੇ ਵਿੱਚ ਜੋ ਸਮਾ ਗਏ ਸੀ, ਉਹਨਾਂ ਦਾ ਸਥੂਲ ਸਰੀਰ ਬੇਸ਼ੱਕ ਉਹਨਾਂ ਨੇ ਤਿਆਗ ਦਿੱਤਾ, ਲੇਕਿਨ ਉਹ ਬ੍ਰਹਮ ਦੇ ਰੂਪ ਵਿੱਚ ਅੱਜ ਵੀ ਸਾਡੇ ਨਾਲ ਮੌਜੂਦ ਨੇ। ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬ੍ਰਹਮ ਦੀ ਵਿਚਾਰ ਕਰਦੇ ਹਾਂ, ਜਦੋਂ ਅਸੀਂ ਸੱਚੀ ਵਿਚਾਰ ਕਰਦੇ ਹਾਂ, ਆਧਾਰ ਭਾਵੇਂ ਰਮਾਇਣ ਹੋਵੇ, ਗੀਤਾ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੋਵੇ, ਫਰੀਦ ਜੀ ਦੀ ਬਾਣੀ, ਕਬੀਰ ਜੀ ਦੀ ਬਾਣੀ, ਰਵਿਦਾਸ ਜੀ ਦੀ ਬਾਣੀ, ਜੋ ਸੱਚੀ ਬਾਣੀ ਕੋਈ ਵੀ ਹੋਵੇ, ਜਿਸ ਅਸੀਂ ਵਿਚਾਰ ਕਰਦੇ ਹਾਂ ਤੇ ਉਹਨਾਂ ਦਾ ਸਾਡੇ ਉੱਤੇ ਹੱਥ ਆ ਜਾਂਦਾ ਹੈ, ਉਹਨਾਂ ਦਾ ਆਸ਼ੀਰਵਾਦ ਆ ਜਾਂਦਾ ਹੈ। ਉਹ ਆਪਣੇ ਸਿੱਖਾਂ ਦੀ, ਆਪਣੀਆਂ ਸੰਤਾਂ ਦੀ, ਆਪਣੇ ਮਹਾਤਮਾ ਦੀ ਜੋ ਸਥੂਲ ਸਰੀਰ ਵਿੱਚ ਨੇ, ਜੋ ਸਰਗੁਣ ਵਿੱਚ ਨੇ, ਉਹ ਸਰਗੁਣ ਦੇ ਵਿੱਚ ਨਿਰਗੁਣ ਤੇ ਨਿਰੰਕਾਰ ਦਾ ਰੂਪ ਬਣ ਕੇ ਉਹ ਅੱਜ ਵੀ ਹੱਥ ਰੱਖ ਰਹੇ। ਤੇ ਦੂਜਿਆਂ ਦੀ ਗੱਲ ਤੁਹਾਨੂੰ ਕੀ ਸੁਣਾਉਣੀ ਹੈ? ਤੁਸੀਂ ਬੜੇ ਨਾਵਲ ਪੜ੍ਹੇ ਨੇ, ਹਜ਼ਾਰਾਂ ਨਾਵਲ ਪੜ੍ਹਦੇ ਰਹਿੰਦੇ ਹੋ, ਜੀਵਨ ਉੱਥੇ ਦਾ ਉੱਥੇ ਖੜਾ। ਕਦੇ ਨਾਵਲ ਜੀਵਨ ਥੋੜੀ ਬਦਲਦਾ, ਫਿਲਾਸਫੀ ਜੀਵਨ ਥੋੜਾ ਬਦਲਦਾ। ਦੁਨਿਆਵੀ ਗਿਆਨ ਜਿੰਨਾ ਮਰਜ਼ੀ ਲੈ ਲਓ, ਜਿਸ ਦਿਨ ਇਹ ਸਰੀਰ ਖਤਮ ਹੋਏਗਾ, ਉਹ ਗਿਆਨ ਇੱਥੇ ਹੀ ਜਲਨ ਹੋ ਜਾਏਗਾ, ਸੜ ਜਾਏਗਾ, ਖਤਮ ਹੋ ਜਾਏਗਾ। ਇਸੇ ਗੱਲ ਨੂੰ ਬਾਣੀ ਦੱਸ ਰਹੀ ਹੈ, ਇਸੇ ਬਚਨ ਕਿ ਭਾਈ ਇਸ ਦੁਨੀਆ ਤੇ ਜਵਾਨ ਹੋ ਕੇ, ਬਚਪਨ ਤੋਂ ਜਵਾਨ ਹੋ ਕੇ, ਜਵਾਨ ਤੋਂ ਬੁਢੇਪਾ ਹੋ ਕੇ ਅਗਰ ਕਿਸੇ ਬੰਦੇ ਨੇ ਦੁਨਿਆਵੀ ਗਿਆਨ ਲਿਆ ਹੈ ਤਾਂ ਉਹ ਗਿਆਨ ਕੇਵਲ ਦੁਨੀਆ ਦੇ ਉੱਤੇ ਰਹਿਣ ਵਾਸਤੇ ਤੁਹਾਡੀ ਕੋਈ ਮਦਦ ਕਰ ਸਕਦਾ ਹੈ।
इस गल तो इनकारी नहीं आ। हुण आपां साइंस के बहुत सारे फायदे लै रहे हैं। उन्होंने दुनियावी ज्ञान लैके साडे लई बड़ियां सहूलतां बनाईयां ने, भावें अखीर च जाके वो साडी गले दा अंगूठा ही वड़ जाण। जिन्नियां सहूलतां मनुख नूं दे दित्तियां ने, मनुख हौली हौली इस जीवन नूं सथाई समझण लग गया। उहदा वापसी जाण नूं दिल नहीं करदा, मरण नूं दिल नहीं करदा। अपने असली घर नूं छड्ड के ये जो आरजी घर है इनू सच मन बैठा। क्यों मन बैठा? सहूलतां ज्यादा हो गई ने। ये जिहड़ा झूठा आनंद है ये ज्यादा हो गया। रहो विचार। हुण दुनियावी ज्ञान तुहाडे दुनिया दे उत्ते जीण वास्ते तुहानूं गुणकारी हो सकदा है, तुहाडी मदद कर सकदा है, पर अध्यात्मक जगत दे विच ओहदा एक तीला मात्र, एक रत्ती मात्र भी कोई काम नहीं है। गुरबाणी कहती है, गुरु कहते ने, संत कहते ने, महात्मा कहते ने, ये जीवन स्थाई नहीं है। ये केवल कुछ समय वास्ते है ते इन्हें नष्ट हो जाना है। प्रमाण देंदे ने उस सुपने दा। वो कहते ने जिन्नी की तेरे सुपने की उम्र है उन्नी तेरी उम्र है। सुपना नींद खुली ते गया, इधर साह मुक्के ते तू गया, समा मुक्किया ते गया। सुपना भी समय दे विच है। उस सुपने की आयु कितनी है? एक रात, रात दे कुछ पल, कुछ घंटे। ते इधरों तेरा जेड़ा जिंदगी विच तू सुपना वेखदा पिया, जेड़ी खेड खेडदा पिया सुपने वाली, इहदी भी आयु है। जदों इहदी आयु खत्म हुई ते अचिंते बाज पए। जो चित ने चेता सन वो वापर गईयां। जेड़ा लोकां नूं मरदा वेखदा सी तू, वो अज तेरे नाल हो गई। ते उधरों जदों सुपना खुला ते उस सुपने वाली जिंदगी खत्म हो गई। हुण उहदे विच भावें वो की फर्क पैंदा, सुपने च भावें वो राजा सी, भावें उहदे च जिमीदार सी, भावें उहदे विच लेबर कर रहा सी, भावें उहदे विच साधना कर रहा सी, कुछ भी कर रहा सी, लेकिन सुपना टुट गया तो सब कुछ छड़ना पै गया ना, छड़ना पै गया। हुण इसी तरह जदों ये जीवन की आयु खत्म हो गई तुहाडी, भावें तुहाडी एक रोटी वेली पई होवे ते एक तवे ते होवे, ते ओने तुहानूं तवे वाली रोटी थल्लण नहीं देनी। ख्याल रखना, गल दा ध्यान रखना है। जे तुसी ये वचन समझ लिया ना प्यारिओ, जे तुहाडे ये गल समझ आ गई ना, ते तुहाडा संसार नाल अद्धा मोह रह जाएगा। बस बंदा यही गल नूं नहीं समझ रहा, वो ये सोच सोच के घर बनाई जा रहा है कि मैं इत्थों जाना नहीं। ते ये गल सच भी है, उन्हें जाना भी नहीं, ये गल सच है। उन्हें संसार छड्डना नहीं। जिहड़ी वो गल सोची बैठा है ना, रब ने ओहदी मुराद पूरी कर देनी है, पर करेगा पता किदां? उस घर दे विच कुत्ता बना देगा, भौंकी जा। उस गली दे विच सूर बना के छड़ देगा, कर सारियां दी गंदगी साफ। जिवें शरीर विच सी ते सारी गली दी निंदिया करदा सी, सारियां दे कपड़े धोदा सी, हुण वो कहंदा है हुण सूर बन के ते इन्हां गलियां दे विच गंदगी साफ करना। और 99.9 जिहड़े लोग ने मरण वेले उन्हां दा ध्यान जगत च ही रह जांदा है।
ਉਹ ਵੱਖਰੀ ਗੱਲ ਹੈ। ਕਿਸੇ ਦਾ ਧੀ 'ਚ ਰਹਿ ਗਿਆ, ਪੁੱਤਰ 'ਚ ਰਹਿ ਗਿਆ, ਕਾਰੋਬਾਰ 'ਚ ਰਹਿ ਗਿਆ, ਧਨ 'ਚ ਰਹਿ ਗਿਆ, ਮੰਦਰ 'ਚ ਰਹਿ ਗਿਆ, ਮਸੀਤ 'ਚ ਰਹਿ ਗਿਆ, ਬਿਲਡਿੰਗ 'ਚ ਰਹਿ ਗਿਆ, ਕਿਤੇ ਵੀ ਰਹਿ ਗਿਆ, ਖੇਤ ਵਿੱਚ ਰਹਿ ਗਿਆ, ਵਪਾਰੀ ਦਾ ਵਪਾਰ 'ਚ ਰਹਿ ਗਿਆ, ਦੁਕਾਨਦਾਰ ਦਾ ਦੁਕਾਨਦਾਰੀ 'ਚ ਰਹਿ ਗਿਆ। ਹੁਣ ਜੋ ਸਾਰਾ ਦਿਨ ਕਰਦਾ ਹੈ ਬੰਦਾ, ਧਿਆਨ ਤਾਂ ਉਹਦੇ 'ਚ ਹੀ ਜਾਏਗਾ, ਤੇ ਕੋਈ ਨਾ ਕੋਈ ਮੁਸੀਬਤ ਸੰਸਾਰ ਵਿੱਚ ਪਈ ਰਹਿੰਦੀ ਹੈ। ਇਹ ਸੰਸਾਰ ਤੋਂ ਅੱਗ, ਇੱਥੇ ਤੋਂ ਕਿਸੇ ਨਾ ਕਿਸੇ ਬੰਨੇ ਧੁਖਦੀ ਰਹਿੰਦੀ ਹੈ। ਕਦੇ ਦੋਵਾਂ ਜੀਆਂ ਦੀ ਨਹੀਂ ਬਣਦੀ, ਕਦੇ ਨੂੰਹ ਪੁੱਤ ਦੀ ਨਹੀਂ ਬਣਦੀ, ਕਦੇ ਸਹੁਰਿਆਂ ਨਾਲ ਵਿਗੜ ਗਈ, ਕਦੇ ਪੇਕਿਆਂ ਨਾਲ ਵਿਗੜ ਗਈ, ਕਦੇ ਵਪਾਰ ਦੇ ਵਿੱਚ ਘਾਟਾ ਪੈ ਗਿਆ, ਕਦੇ ਦੁਕਾਨਦਾਰੀ 'ਚ ਘਾਟਾ ਪੈ ਗਿਆ, ਕਦੇ ਕੁਛ ਹੋ ਗਿਆ, ਕਦੇ ਪੈਸੇ ਲੈ ਕੇ ਭੱਜ ਗਿਆ, ਕਿਸੇ ਦੇ ਤੁਸੀਂ ਭੱਜ ਗਏ, ਚੱਲਦਾ ਰਹਿੰਦਾ ਹੈ। ਤੇ ਤੁਹਾਨੂੰ ਇਹ ਪਤਾ ਨਹੀਂ ਵੀ ਆਖਰ ਵੇਲਾ ਆਉਣਾ ਕਦੋਂ ਹੈ। ਹੁਣ ਜਦੋਂ ਆਖਰ ਵੇਲਾ ਆਏਗਾ, ਤੁਹਾਡਾ ਧਿਆਨ ਦੁਕਾਨ 'ਚ ਰਹਿ ਗਿਆ, ਤੇ ਕੋਈ ਭੂੰਡ ਬਣ ਕੇ, ਕੋਈ ਮੱਕੜੀ ਬਣ ਕੇ, ਕੋਈ ਮੱਖੀ ਬਣ ਕੇ ਤੁਸੀਂ ਉੱਥੇ ਤੁਹਾਨੂੰ ਜਨਮ ਹੋ ਜਾਏਗਾ। ਬੈਠੇ ਰਹੋ ਦੁਕਾਨ ਤੇ, ਖਾਂਦੇ ਰਹੋ ਜਲੇਬੀਆਂ ਦਾ ਰਸ। ਤੇ ਫਿਰ ਇਹ ਨਹੀਂ ਹੈਗਾ ਕਿ ਕੋਈ ਸਾਲ 2 ਸਾਲ ਵਾਸਤੇ ਹੈ। ਮਹਾਰਾਜ ਕਹਿੰਦੇ ਨੇ ਇਹ ਜਦੋਂ ਇਹ ਸਜ਼ਾ ਮਿਲ ਜਾਂਦੀ ਹੈ ਨਾ, ਬੜੇ ਲੰਮੇ ਚੱਕਰ ਪੈ ਜਾਂਦੇ ਨੇ, ਲੰਮੇ, ਬੜੇ ਲੰਮੇ ਦੇਸ਼ਾਂ ਦੇ ਦੇਸ਼, ਬੜਾ ਦੂਰ ਨਿਕਲ ਜਾਂਦਾ ਹੈ, ਬੜੀ ਦੁਨੀਆ ਘੁੰਮ ਕੇ ਆਉਣੀ ਪੈਂਦੀ ਹੈ। ਫਿਰ ਬੜਾ ਜੂਨਾਂ ਦਾ ਆਵਾ ਗਮਣਾ, ਬੜਾ ਆਵਾ। ਇਹ ਤਾਂ ਜਦੋਂ ਕਿਤੇ ਬਣੀਆਂ ਸੀ ਉਦੋਂ 84 ਲੱਖ ਸੀ। ਜੇ ਕੋਈ ਅੱਜ ਦ੍ਰਿਸ਼ਟੀ ਵਾਲਾ ਵੇਖਣ ਵਾਲਾ ਹੋਏ ਨਾ, ਤੇ ਅੱਜ ਤੋਂ 84 ਲੱਖ ਤੋਂ ਵੀ ਪਤਾ ਨਹੀਂ ਕਿੰਨੀਆਂ ਕੁ ਜ਼ਿਆਦਾ ਬਣ ਗਈਆਂ ਹੋਣਗੀਆਂ। ਆ ਨਵੇਂ ਨਵੇਂ ਕੀੜੇ ਭਮੱਕੜ ਜਿਹੜੇ ਆਪਾਂ ਕਦੇ ਵੇਖੇ ਨਹੀਂ ਸੀ, ਨਵੀਆਂ ਨਵੀਆਂ ਚੀਜ਼ਾਂ ਨਿਕਲੀਆਂ ਆਉਂਦੀਆਂ ਨੇ। ਤੇ ਗੁਰਬਾਣੀ, ਮਹਾਤਮਾ ਸੰਤ ਤੁਹਾਨੂੰ ਸੁਚੇਤ ਕਰਦੇ ਆ। ਦੇਖੋ, ਜਿੰਨੀ ਕਿ ਸਾਨੂੰ ਮਾਲਕ ਨੇ ਸਮਝ ਬਖਸ਼ੀ, ਸਾਡੇ ਅੰਦਰ ਇੱਕ ਤੜਪ ਹੈ, ਮਹਾਤਮਾ ਦੇ ਅੰਦਰ, ਸੰਤ ਦੇ ਅੰਦਰ ਇੱਕ ਤੜਪ ਹੈ। ਉਹ ਕਹਿੰਦੇ ਲੋਕ ਅਜਾਈਜ਼ ਜੀਵਨ ਗਵਾਈ ਜਾ ਰਹੇ ਹੈ। ਇਹ ਜਿਹੜੇ ਕੰਮ ਵਿੱਚ ਲੱਗੇ ਹੋਏ ਆ, ਇਹਨਾਂ ਨੂੰ ਪਤਾ ਨਹੀਂ ਹੈਗਾ ਇਸ ਕੰਮ ਨੇ ਇਹਨਾਂ ਦਾ ਕੁਝ ਨਹੀਂ ਸਵਾਰਨਾ। ਇੱਕ ਬੰਦਾ ਆਪਦੇ ਪਿੱਛੇ 4 ਮਕਾਨ ਪਾ ਕੇ ਮਰ ਗਿਆ, ਇੱਕ ਕੋਠੀ ਪਾ ਕੇ ਮਰ ਗਿਆ 20 ਕਮਰਿਆਂ ਦੀ। ਇੱਕ ਬੰਦਾ 4 ਕਿੱਲਿਆਂ ਦਾ ਮਾਲਕ ਹੋ ਕੇ ਮਰ ਗਿਆ, ਇੱਕ 8 ਦਾ ਮਰ ਗਿਆ। ਇੱਕ ਦੁਕਾਨ ਦਾ ਮਾਲਕ ਹੋ ਕੇ ਮਰ ਗਿਆ, ਇੱਕ ਉਸ ਦੁਕਾਨ ਦੇ ਵਿੱਚ ਨੌਕਰ ਹੋ ਕੇ ਮਰ ਗਿਆ। ਇੱਕ ਗਲੀ ਦਾ ਮੇਅਰ ਹੋ ਕੇ, ਗਲੀ ਦਾ ਉਹਦਾ ਜਿਹਨੂੰ ਆਪਾਂ ਕਾਉਂਸਲਰ ਕਹਿੰਦੇ ਆ, ਕਾਉਂਸਲਰ ਹੋ ਕੇ ਮਰ ਗਿਆ, ਤੇ ਇੱਕ ਉਸ ਗਲੀ ਨੂੰ ਸਾਫ਼ ਕਰਨ ਵਾਲਾ ਹੋ ਕੇ ਮਰ ਗਿਆ। ਫਰਕ ਕੁਛ ਨਹੀਂ ਪੈਂਦਾ। ਇਹ ਤਾਂ ਜੀਵਨ ਦੀ ਯਾਤਰਾ ਸੀ। ਜਿਹੋ ਜਿਹੇ ਪਿਛਲੇ ਕਰਮ ਸੀ, ਉਸ ਤਰ੍ਹਾਂ ਦੇ ਸਾਨੂੰ ਅੱਗੇ ਜਨਮ ਮਿਲ ਗਿਆ ਸੀ। ਗਲੀ ਸਾਫ਼ ਕਰਨ ਵਾਲੇ ਨੂੰ ਗਲੀ ਸਾਫ਼ ਕਰਨ ਦੀ ਡਿਊਟੀ ਮਿਲ ਗਈ, ਗਲੀ ਬਣਾਉਣ ਵਾਲੇ ਦੀ ਬਣਾਉਣ ਵਾਲੇ ਨੂੰ ਡਿਊਟੀ ਮਿਲ ਗਈ। ਚੱਲਣ ਵਾਲੇ ਉਹਦੇ 'ਚ ਚੱਲੀ ਜਾਂਦੇ ਨੇ। ਉਸ ਬਾਜ਼ਾਰ ਵਿੱਚ ਕੋਈ ਦੁਕਾਨ ਦਾ ਮਾਲਕ ਹੋ ਕੇ ਮਰ ਗਿਆ, ਕੋਈ ਦੁਕਾਨ ਦੇ ਉੱਤੇ ਨੌਕਰੀ ਕਰਦਾ ਸੀ, ਮਰ ਗਿਆ। ਫਰਕ ਕਿੰਨਾ ਕੁ ਪੈਂਦਾ ਹੈ? ਮਰ ਤੋਂ ਸਾਰੇ ਗਏ ਨਾ। ਹੁਣ ਫਿਰ ਕਰਮਾਂ ਦਾ ਨਿਬੇੜਾ ਹੁੰਦਾ ਹੈ। ਅੱਗੇ ਜਾ ਕੇ ਕਰਮਾਂ ਦਾ ਨਿਬੇੜਾ ਹੁੰਦਾ ਹੈ। ਸੰਸਾਰ ਤੇ ਜੀਵਨ ਤੁਹਾਨੂੰ ਸਭ ਨੂੰ ਮਿਲ ਗਿਆ। ਇਹ ਗੱਲ ਮਾੜੀ ਨਹੀਂ ਕਿ ਤੁਸੀਂ ਸੰਸਾਰ ਨਾਲ ਲਗਾਵ ਲਾ ਕੇ ਜੀ ਰਹੇ ਹੋ, ਮਾੜੀ ਨਹੀਂ। ਮਾੜਾ ਇਹ ਹੈ ਕਿ ਜਦੋਂ ਤੁਸੀਂ ਸੰਸਾਰ ਨਾਲ ਜੀ ਲਾ ਲਿਆ ਤੇ ਆਪਣਾ ਅਸਲ ਕੰਮ ਭੁੱਲ ਗਏ ਹੋ, ਕਾਰਜ ਭੁੱਲ ਗਏ ਹੋ। ਇੱਥੇ ਆ ਕੇ ਬੁਰੀ ਹੋ ਗਈ ਗੱਲ। ਫਿਰ ਸਮਝੋ, ਇਹ ਗੱਲ ਬੁਰੀ ਨਹੀਂ ਹੈ ਕਿ ਤੁਸੀਂ ਸੰਸਾਰ ਦੇ ਉੱਤੇ ਜੀਵਨ ਅੱਛਾ ਨਾ ਜੀਓ, ਧੀਆਂ ਪੁੱਤਰਾਂ 'ਚ ਨਾ ਬੈਠੋ, ਖੇਡੋ ਨਾ, ਖਾਓ ਨਾ, ਪੀਓ ਨਾ, ਆਨੰਦ ਨਾ ਲਵੋ, ਬੱਚੇ ਪੈਦਾ ਨਾ ਕਰੋ, ਉਹਨਾਂ ਨੂੰ ਵਿਆਹੋ ਨਾ। ਕਿੱਥੇ ਰੋਕਿਆ? ਕਿਹੜੇ ਗੁਰੂ ਸਾਹਿਬ ਨੇ, ਕਿਹਨੇ ਰੋਕਿਆ? ਉਹਨਾਂ ਤਾਂ ਸਗੋਂ ਵਿਰਾਗੀਆਂ ਤਿਆਗੀਆਂ ਵਾਲਾ ਜਿਹੜਾ ਮਾਰਗ ਸੀ,
ਉਹਨਾਂ ਕਿਹਾ ਚਲੋ ਠੀਕ ਹੈ, ਕੋਈ ਵਿਰਾਗੀ ਤਿਆਗੀ ਹੋ ਜੇ ਚੰਗੀ ਗੱਲ ਹੈ, ਪਰ ਉਹਨਾਂ ਕਿਹਾ ਗ੍ਰਸਥ ਦੇ ਵਿੱਚ ਵੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਗੁਰੂਆਂ ਨੇ, ਬਹੁਤ ਸਾਰੇ ਦੇਵਤਾ ਨੇ, ਬਹੁਤ ਸਾਰੇ ਮਹਾਤਮਾ ਨੇ, ਬਹੁਤ ਸਾਰੇ ਨਾਮ ਜਪਣ ਵਾਲਿਆਂ ਨੇ ਇਸ ਗੱਲ ਨੂੰ ਸਿੱਧ ਤੇ ਸਾਬਤ ਕਰਕੇ ਵਿਖਾਇਆ। ਉਹਨਾਂ ਕਮਲ ਦੇ ਫੁੱਲ ਦੀ ਉਦਾਹਰਨ ਦਿੱਤੀ। ਪਿਛਲੇ ਸਤਸੰਗ 'ਚ ਵੀ ਬਚਨ ਕੀਤਾ ਸੀ, ਸੰਸਾਰ ਭਾਵੇਂ ਚਿੱਕੜ ਹੈ ਪਰ ਕਮਲ ਦਾ ਫੁੱਲ ਅਡੋਲ ਖੜਾ ਹੈ। ਉਸ ਚਿੱਕੜ ਦੇ ਵਿੱਚੋਂ ਜੋ ਉਹਨੂੰ ਚਾਹੀਦਾ ਉਹ ਲਈ ਜਾਂਦਾ ਹੈ, ਪਰ ਆਪਣਾ ਰੂਪ ਉਹਨੇ, ਆਪਣਾ ਕਰਮ ਉਹਨੇ, ਆਪਣੀ ਮੰਜ਼ਿਲ ਉਹਨੇ ਜਿਹੜੀ ਹੈ ਉਹ ਚਿੱਕੜ ਤੋਂ ਵੱਖਰੀ ਕਰ ਲਈ ਹੈ। ਇਸੇ ਤਰ੍ਹਾਂ ਪਿਆਰਿਓ, ਰਵੋ ਸੰਸਾਰ ਵਿੱਚ, ਵਰਤੋ ਮਾਇਆ, ਨਿਭਾਓ ਰਿਸ਼ਤੇਦਾਰੀਆਂ, ਸਭ ਕੁਝ ਕਰੋ, ਪਰ ਆਪਣਾ ਕਰਮ ਨਾ ਭੁੱਲੋ, ਆਪਣੀ ਡਿਊਟੀ ਨਾ ਭੁੱਲੋ। ਜਿਸ ਕੰਮ ਲਈ ਤੁਸੀਂ ਆਏ ਹੋ ਉਹ ਨਾ ਭੁੱਲੋ। ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ। ਰੋਜ਼ਾਨਾ ਇੱਕੋ ਗੱਲ ਦੇ ਉੱਤੇ ਅਸੀਂ ਜ਼ੋਰ ਦੇ ਰਹੇ ਹਾਂ, ਗੱਲ ਸਮਝਣ ਵਾਲੀ ਏ। ਕਹਾਣੀਆਂ ਕਥਾ ਅਸੀਂ ਤੁਹਾਨੂੰ ਨਵੀਆਂ ਨਵੀਆਂ ਦੇਵੀਆਂ ਦੇਵਤਾਵਾਂ ਦੀਆਂ ਸੁਣਾ ਸਕਦੇ ਹਾਂ, ਸਾਨੂੰ ਬਹੁਤ ਆਉਂਦੀਆਂ ਨੇ, ਅਸੀਂ ਬਹੁਤ ਪੜ੍ਹੀਆਂ ਤੇ ਸੁਣੀਆਂ ਨੇ। ਉਹ ਤਾਂ ਆਪਣੀ ਕਹਾਣੀ ਕਰ ਗਏ, ਉਹ ਤਾਂ ਆਪਣੀ ਕਹਾਣੀ ਕਰ ਗਏ। ਧੰਨਾ ਭਗਤ ਜੀ ਆਪਣੀ ਕਹਾਣੀ ਕਰ ਗਏ। ਉਹਨਾਂ ਨੇ ਪੱਥਰ ਦੇ ਉੱਤੇ ਭਰੋਸਾ ਕਰਕੇ, ਪੱਥਰ ਨੂੰ ਸਾਖੀ ਜਾਣ ਕੇ, ਸਨਮੁਖ ਰੱਖ ਕੇ, ਉਹਦਾ ਪੱਥਰ ਦਾ ਭੈ ਰੱਖ ਕੇ ਕਿ ਭਗਵਾਨ ਮੇਰੇ ਸਾਹਮਣੇ ਬੈਠਾ ਹੈ, ਤੇ ਉਹਨਾਂ ਨੇ ਸ਼ਬਦ ਜਪਿਆ, ਉਹਨਾਂ ਨੇ ਭਗਵਾਨ ਨੂੰ ਆਰਾਧਿਆ, ਤੇ ਬਾਹਰ ਵਾਲੇ ਪੱਥਰ ਨੇ ਅੰਦਰ ਵਾਲੇ ਪੱਥਰ ਨੂੰ ਮੋਮ ਕਰ ਦਿੱਤਾ। ਭਾਵ ਮਨ ਦੀ ਜਿਹੜੀ ਮੈਲ ਸੀ ਉਤਰ ਗਈ ਤੇ ਅੰਦਰੋਂ ਬ੍ਰਹਮ ਪ੍ਰਗਟ ਹੋ ਗਿਆ, ਅੰਦਰੋਂ ਮਾਲਕ ਪ੍ਰਗਟ ਹੋ ਗਿਆ, ਆਤਮਾ ਪਰਮਾਤਮਾ ਬਣ ਗਿਆ। ਗੱਲ ਨੂੰ ਸਮਝੋ, ਗੱਲ ਨੂੰ ਸਮਝੋ। ਉਹ ਤਾਂ ਆਪਣੀ ਕਹਾਣੀ ਕਰ ਗਏ, ਹੁਣ ਤੁਸੀਂ ਆਪਣੇ ਪੱਥਰ ਨੂੰ ਕਦੋਂ ਮੋਮ ਕਰਨਾ? ਜਹ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੇ। ਜਦੋਂ ਤੱਕ ਤੁਹਾਡਾ ਅੰਦਰ ਵਾਲਾ ਜਿਹੜਾ ਪੱਥਰ ਹੈ ਉਹ ਪਿੰਗਲਦਾ ਨਹੀਂ, ਉਦੋਂ ਤੱਕ ਤੁਸੀਂ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਤੱਕ ਤੁਹਾਡਾ ਕ੍ਰੋਧ, ਤੁਹਾਡਾ ਹੰਕਾਰ ਪ੍ਰੇਮ ਦੇ ਵਿੱਚ ਨਹੀਂ ਬਦਲਦਾ, ਉਦੋਂ ਤੱਕ ਤੁਸੀਂ ਪਰਮਾਤਮਾ ਵਾਲੇ ਰਸਤੇ ਤੇ ਤੁਰ ਹੀ ਨਹੀਂ ਸਕਦੇ। ਅੱਜ ਕੱਲ ਤੋਂ ਕਿਸੇ ਨੂੰ ਗਿਆਨ ਦੇਵੇ ਤਾਂ ਉਹਨੂੰ ਗਿਆਨ ਦਾ ਹੰਕਾਰ, ਉਹ ਕਹਿੰਦਾ ਪਤਾ ਸਾਨੂੰ, ਤੁਸੀਂ ਸਾਨੂੰ ਨਾ ਸਮਝਾਓ, ਅਸੀਂ ਸਭ ਕੁਝ ਜਾਣਦੇ ਆ। ਭਲਿਓ ਜੇ ਜਾਣਦੇ ਜੇ ਤੇ ਕਰਦੇ ਕਿਉਂ ਨਹੀਂ? ਦੇਖੋ ਸਾਡੀ ਤਾਂ ਇਹ ਡਿਊਟੀ ਹੈ, ਸਾਨੂੰ ਤਾਂ ਪਰਮਾਤਮਾ ਨੇ ਲਾਇਆ ਇਸ ਕਰਮ ਤੇ ਹੈ, ਅਸੀਂ ਤਾਂ ਇਹ ਕਰਨਾ ਹੈ। ਸਾਡੀ ਤਾਂ ਹੁਣ ਡਿਊਟੀ ਇਹ ਰਹਿ ਗਈ ਹੈ ਬਸ। ਅਸੀਂ ਤਾਂ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਨਾਲ ਤੁਹਾਡੇ ਅੱਗੇ ਪੈਰਾਂ ਨੂੰ ਵੀ ਹੱਥ ਲਾਉਣਾ ਪਵੇ ਤੇ ਅਸੀਂ ਲਾਉਣ ਨੂੰ ਤਿਆਰ ਹਾਂ। ਭਾਈ ਜੀਵਨ ਨਾ ਗਵਾ, ਨਾ ਗਵਾ, ਤੈਨੂੰ ਨਹੀਂ ਭੇਜ ਦੇਦਾ। ਜਦੋਂ ਸਮਾਂ ਆਏਗਾ ਤੈਨੂੰ ਸਾਡੇ ਬਚਨ ਯਾਦ ਆਉਣਗੇ, ਯਾਦ ਆਉਣਗੇ। ਕਿ ਜਦੋਂ ਅੱਖ ਖੁੱਲ ਜਾਂਦੀ ਹੈ ਨਾ ਤੇ ਜਿਹੜਾ ਸੰਸਾਰ ਜਾ ਰਿਹਾ ਉਹਦਾ ਪਤਾ ਲੱਗ ਰਿਹਾ ਹੁੰਦਾ ਹੈ ਕਿੱਥੇ ਜਾ ਰਿਹਾ। ਤੁਸੀਂ ਕਿਸੇ ਬੰਦੇ ਨੂੰ ਜਾਣਦੇ ਹੋ, ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਰੀਰ ਛੱਡ ਗਿਆ ਤੇ ਤੁਹਾਨੂੰ ਪਤਾ ਹੈ ਉਹਦੀ ਆਤਮਾ ਨਾਲ ਕੀ ਬਣਦੀ ਪਈ ਹੈ, ਕਿਵੇਂ ਟੰਗ ਦਿੱਤਾ ਗਿਆ ਉਹਨੂੰ, ਤੇ ਤੁਹਾਡੇ ਦਿਲੋਂ ਹੂਕ ਨਹੀਂ ਨਿਕਲੇਗੀ। ਆਪਦੇ ਬੱਚਿਆਂ ਨੂੰ, ਆਪਦੇ ਪਰਿਵਾਰ ਨੂੰ, ਆਪਦੇ ਸਕੀ ਸੰਬੰਧੀਆਂ ਨੂੰ ਤੁਸੀਂ ਕਹੋਗੇ ਨਹੀਂ, ਓਏ ਸੁਚੇਤ ਹੋ ਜਾਓ, ਇੱਥੇ ਕੋਈ ਨਹੀਂ ਜੇ ਬਖਸ਼ਿਆ ਜਾਂਦਾ, ਇੱਥੇ ਕਿਸੇ ਚੀਜ਼ ਦੀ ਵੈਲਿਊ ਨਹੀਂ ਜੇ। ਸੰਸਾਰ ਤੇ ਜਿੰਨੇ ਮਰਜ਼ੀ ਚੰਗੇ ਬਣੇ ਰਹੋ, ਜਿੰਨਾ ਮਰਜ਼ੀ ਗਿਆਨ ਹੋਵੇ ਤੁਹਾਡੇ ਕੋਲ, ਜੋ ਮਰਜ਼ੀ ਪਦਵੀ ਪ੍ਰਾਪਤ ਕਰ ਲਓ, ਪਰ ਉਥੇ ਨਵੇੜਾ ਕਰਮਾਂ ਦਾ ਹੋਣਾ ਜੇ।
ਤੇ ਜਿਹੋ ਜੇ ਕਰਮ ਹੋਣਗੇ ਆਖਰ ਵੇਲੇ ਨੂੰ ਜਦੋਂ ਸੰਸਾਰ ਤੋਂ ਜਾਣਾ, ਉਸ ਵੇਲੇ ਅਵਸਥਾ ਉਹ ਹੋਏਗੀ ਜਿਹੋ ਜੇ ਕਰਮ ਹੋਣਗੇ, ਜਿਸ ਤਰ੍ਹਾਂ ਦੇ ਕਰਮ ਹੋਣਗੇ। ਆਖਰ ਵੇਲੇ ਨੂੰ ਉਹ ਕਰਮ ਅੱਗੇ ਆ ਜਾਣੇ ਨੇ। ਉਹ ਵੇਲਾ ਹੀ ਐਸਾ ਹੈ, ਉਸ ਵੇਲੇ ਤੇ ਉਹ ਕਰਮ ਤੁਹਾਡੇ ਸਾਹਮਣੇ ਆ ਜਾਣੇ ਨੇ। ਤੁਹਾਡੀ ਸੁਰਤ ਉਹਨਾਂ ਕਰਮਾਂ 'ਚ ਰਹਿ ਜਾਣੀ ਹੈ ਤੇ ਬਾਜੀ ਹਾਰ ਜਾਣੀ ਹੈ। ਹੁਣ ਸਵਾਲ ਉੱਠਦਾ ਹੈ, ਮਹਾਰਾਜ ਜੀ ਕੀ ਕਰੀਏ, ਸੰਤ ਜੀ ਕੀ ਕਰੀਏ? ਭਈ ਇਸ ਸੰਸਾਰ ਤੋਂ ਆਪਾਂ ਜਾਣਾ ਹੈ। ਪਹਿਲੇ ਇਹ ਦਿਮਾਗ ਵਿੱਚ ਬਿਠਾਓ, ਇਹ ਸਥਾਈ ਨਹੀਂ ਹੈ। ਫਿਰ ਤੁਸੀਂ ਧਰਮ ਨੂੰ ਧਾਰਨ ਕਰਕੇ ਕੋਈ ਸਤਿਗੁਰੂ ਮਹਾਂਪੁਰਸ਼ ਸੰਤ ਦੇ ਚਰਨੀ ਲੱਗੋ, ਕਿਉਂਕਿ ਸਮਾਂ ਥੋੜਾ। ਤੁਹਾਡੇ ਤੋਂ ਅੱਗੇ 200-300 ਸਾਲ ਦੀ ਆਯੂ ਹੁੰਦੀ ਸੀ, ਬੰਦਾ ਖੋਜ ਕਰਦਾ ਕਰਦਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਸੀ। ਹੁਣ ਤੁਹਾਨੂੰ ਚਾਹੀਦਾ ਐਸਾ ਟੀਚਰ ਜਿਹੜਾ ਤੁਹਾਨੂੰ ਫਟਾਫਟ ਸਵਾਲ ਕੱਢ ਕੱਢ ਕੇ ਦੇਈ ਜਾਵੇ ਤੇ ਫਟਾਫਟ ਤੋਰੀ ਜਾਵੇ। ਹੁਣ ਉਹਨਾਂ ਸਮਾਂ ਨਹੀਂ ਹੈਗਾ, ਸਮਾਂ ਥੋੜਾ ਹੈ। ਹੁਣ ਤਾਂ ਤੁਹਾਨੂੰ ਇਹੋ ਜਿਹਾ ਕੋਈ ਟੀਚਰ ਚਾਹੀਦਾ ਜਿਹੜਾ ਤੁਹਾਨੂੰ ਸੜਕ ਬਣਾ ਕੇ ਦੇ ਦੇ ਤੇ ਤੁਹਾਨੂੰ ਕਵੇ ਤੁਰਿਆ ਫਟਾਫਟ ਤੁਰਿਆ, ਜਿੰਨਾ ਕੰਮ ਨਿਬੜ ਜਾਏ, ਜਿੰਨਾ ਸਫ਼ਰ ਨਿਬੜ ਜਾਏ। ਹੁਣ ਜਿਹੜਾ ਆਦਮੀ ਇੱਥੋਂ ਬੰਬੇ ਗਿਆ ਹੋਇਆ, ਜਿਹਨੂੰ ਸਾਰੇ ਰਾਹ ਪਤਾ ਨੇ, ਕਿਹੜੇ ਸ਼ਹਿਰ ਤੋਂ ਬਾਈਪਾਸ ਹੋਣਾ ਹੈ, ਕਿਹੜੇ ਸ਼ਹਿਰ ਤੋਂ ਥੱਲਿਓਂ ਦੀ ਜਾਣਾ ਹੈ, ਕਿੱਥੋਂ ਕੱਚਾ ਕਿੱਥੋਂ ਪੱਕਾ, ਉਹ ਤਾਂ ਤੁਹਾਨੂੰ ਫਟਾਫਟ ਲਈ ਜਾਏਗਾ। ਤੁਸੀਂ ਜਾਂਦੇ ਵੀ ਹੋ ਤੇ ਉਹਨੂੰ ਫੋਨ ਤੇ ਪੁੱਛੀ ਜਾਓ, ਤੁਹਾਨੂੰ ਪੁੱਛੇਗਾ ਕਿੱਥੇ ਪਹੁੰਚ ਗਏ ਆ। ਉਹਨੇ ਕਹਿਣਾ ਜੀ ਮੈਂ ਆਗਰੇ ਪਹੁੰਚ ਗਿਆ। ਉਹਨੇ ਕਿਹਾ ਸ਼ਹਿਰ 'ਚ ਨਾ ਵੜ ਜੀ, ਬਾਈਪਾਸ ਨਿਕਲ ਜੇ, ਸ਼ਹਿਰ 'ਚ ਵੜ ਗਿਆ ਤੇ 2 ਘੰਟੇ 3 ਤੇਰੇ ਹੋਰ ਖਰਾਬ ਹੋ ਜਾਣਗੇ। ਉਹ ਤੁਹਾਨੂੰ ਸਫ਼ਰ ਤੇ ਫਟਾਫਟ ਤੋਰੀ ਜਾਣਗੇ। ਤੇ ਜੇ ਤੁਹਾਡੇ ਕੋਲ ਇੰਨੀ ਸਮਰੱਥਾ ਹੈ, ਤੁਸੀਂ ਆਪੇ ਤੁਰ ਸਕਦੇ ਹੋ ਤੇ ਆਪੇ ਤੁਰੋ, ਆਪੇ ਤੁਰ ਪਵੋ। ਮਹਾਰਾਜ ਮਿਹਰ ਕਰਨਗੇ, ਦਇਆ ਕਰਨਗੇ। ਤੇ ਸਤਿਗੁਰ ਕਹਿੰਦੇ ਨੇ ਕਾਇਆ ਕੰਚਨ ਸ਼ਬਦ ਵਿਚਾਰਾ। ਕਹਿੰਦੇ ਜਦੋਂ ਸ਼ਬਦ ਦੀ, ਦੇਖੋ ਪਹਿਲਾਂ ਅਸੀਂ ਧਰਮ ਨਾਲ ਜੁੜੇ, ਜਿਹਨੂੰ ਬਾਣੀ ਦਾ ਗਿਆਨ ਹੈ ਉਹਦੇ ਨਾਲ ਜੁੜੇ, ਬਾਣੀ ਨਾਲ ਜੁੜੇ। ਇਹ ਸਾਰਾ ਕੁਝ ਸੁਮੇਲ ਬਣਦਾ ਹੈ, ਸੁਮੇਲ ਭਾਵ ਸੰਜੋਗ ਬਣਦਾ। ਬਾਣੀ ਦੇ ਨਾਲ ਕੋਈ ਸਮਝਾਉਣ ਵਾਲਾ ਵੀ ਚਾਹੀਦਾ। ਚਲੋ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਬਾਣੀ ਸਮਝ ਆ ਜਾਏ, ਵੇਦ ਸਮਝ ਆ ਜਾਏ, ਸ਼ਾਸਤਰ ਸਮਝ ਆ ਜਾਏ, ਕੋਈ ਪੂਰਬਲਾ ਪਿਛਲਾ ਕਰਮ ਚੰਗਾ ਹੋਵੇ ਤੇ ਅੱਗੋਂ ਪੜ੍ਹਾਈ ਜਿਹੜੀ ਹੈ ਉਹ ਜਿਵੇਂ ਜਿਵੇਂ ਪੜ੍ਹਨ ਸਮਝ ਆਉਂਦੀ ਜਾਏ। ਪਰ ਜ਼ਿਆਦਾ ਤਾਦਾਦ ਜਿਹੜੀ ਹੈ ਉਹ ਅਸੀਂ ਪੜ੍ਹ ਲੈਂਦੇ ਆ, ਕਿਉਂਕਿ ਉਹ ਭਾਸ਼ਾ ਅਸੀਂ ਸਿੱਖੀ ਹੋਈ ਹੈ, ਪਰ ਉਹਦੇ ਵਿੱਚ ਜਿਹੜਾ ਭੇਦ ਛੁਪਿਆ, ਬ੍ਰਹਮ ਗਿਆਨ ਛੁਪਿਆ, ਰਸਤਾ ਛੁਪਿਆ, ਜਿਹੜੀਆਂ ਉਹਦੇ ਵਿੱਚ ਜੁਗਤੀਆਂ ਛੁਪੀਆਂ ਨੇ, ਉਹ ਸਾਡੇ ਪਕੜ 'ਚ ਨਹੀਂ ਆਉਂਦੀਆਂ। ਜੀ ਉਹ ਜੁਗਤੀਆਂ ਪਕੜ 'ਚ ਨਹੀਂ ਆਉਣਗੀਆਂ ਤੇ ਸਫ਼ਰ ਲੰਬਾ ਹੋ ਜਾਏਗਾ। ਇੱਕ ਮੰਨ ਲਓ ਤੁਹਾਨੂੰ ਜੁਗਤੀ ਹੈ, ਜੁਗਤੀ ਨਾਲ ਇੱਕ ਕੰਮ 1 ਮਿੰਟ 'ਚ ਹੋ ਜਾਣਾ ਹੈ। ਮਾਂ ਬੱਚੇ ਨੂੰ ਇੱਕ ਟੌਫੀ ਵਿਖਾਉਂਦੀ ਹੈ ਤੇ ਟੌਫੀ ਕਈ ਵਾਰੀ ਖਾਣ ਵੀ ਨਹੀਂ ਦਿੰਦੀ ਤੇ ਸਾਰਾ ਉਹਦਾ ਸਕੂਲ ਦਾ ਹੋਮਵਰਕ ਕਰਾ ਲੈਂਦੀ, ਉਹਦੇ ਕੋਲ ਖਾਣ ਵੀ ਨਹੀਂ ਦਿੰਦੀ। ਬਸ ਤੂੰ ਆਹ ਕਰ ਤੈਨੂੰ ਦੇਣੀ ਆ, ਆਹ ਕਰ ਤੈਨੂੰ। ਜੁਗਤੀ ਹੈ ਨਾ। ਕਈ ਵਾਰੀ ਇਹ ਸਾਡਾ ਬੜਾ ਵੱਡਾ ਸਵਾਲ ਹੁੰਦਾ, ਸਾਡਾ ਮਨ ਨਹੀਂ ਟਿਕਦਾ, ਬਾਣੀ ਵਿੱਚ ਮਨ ਨਹੀਂ ਲੱਗਦਾ। ਤੁਸੀਂ ਕੋਈ ਸੰਤ ਮਹਾਤਮਾ ਢੂੰਡੋ, ਕੋਈ ਲੱਭੋ। ਜਦੋਂ ਮਹਾਤਮਾ ਲੱਭ ਗਿਆ ਨਾ, ਇਹ ਸਵਾਲ ਹੀ ਖਤਮ ਹੋ ਜਾਏਗਾ। ਕਦੇ ਕਿਸੇ ਸਤਸੰਗੀ ਤੋਂ ਇਹ ਸੁਣ ਕੇ ਵਿਖਾਉਣਾ, ਜੋ ਕਿਸੇ ਮਹਾਤਮਾ ਸੰਤ ਨਾਲ ਜੁੜਿਆ ਹੋਵੇ, ਉਹਦੇ ਮੂੰਹੋਂ ਕਦੇ ਇਹ ਗੱਲ ਕਹਾਉਣਾ ਵੀ ਸਾਡਾ ਮਨ ਨਹੀਂ ਲੱਗਦਾ। ਮਨ ਚੀਜ਼ ਕੀ ਹੁੰਦੀ ਏ? ਉਹ ਕਹਿੰਦਾ ਮਨ ਸੀ ਅਥਰਾ ਘੋੜਾ, ਲਗਾਮ ਪਾ ਕੇ ਦਿੱਤੀ ਮੇਰੇ ਗੁਰੂ ਨੇ। ਸੱਜੇ ਮੋੜਦਾ ਤੇ ਸੱਜੇ ਜਾਂਦਾ, ਖੱਬੇ ਮੋੜਦਾ ਤੇ ਖੱਬੇ ਜਾਂਦਾ। ਸੀ ਉਦੋਂ ਤੱਕ ਅਥਰਾ, ਜਦੋਂ ਤੱਕ ਲਗਾਮ ਨਹੀਂ ਸੀ ਪਾਈ। ਜਦੋਂ ਤੁਹਾਨੂੰ ਪਤਾ ਲਗਾਮ ਪੈ ਜਾਏ, ਨੱਥ ਪੈ ਜਾਏ,
ਬਲਦ ਹੁੰਦਾ ਹੈ ਜਿਹਦੇ ਨਾਲ ਆਪਾਂ ਹਲ ਵਾਹੁਣੇ ਆ, ਉਹਦੇ ਗਲ ਦੇ ਵਿੱਚ ਇੰਨਾ ਜ਼ੋਰ ਹੁੰਦਾ ਹੈ, ਉਹ ਗਲ ਦੇ ਨਾਲ ਹੀ ਹਲ ਖਿੱਚਦਾ, ਗੱਡਾ ਖਿੱਚਦਾ। ਜਿਹੜਾ ਗੱਡੇ ਨੂੰ ਖਿੱਚ ਕੇ ਲੈ ਜਾਂਦਾ ਉਹਨੂੰ ਤੁਸੀਂ ਕਿਵੇਂ ਖਿੱਚ ਸਕਦੇ ਹੋ? ਗਲ ਤੋਂ ਤਾਂ ਉਹਨੇ ਤੁਹਾਡੇ ਕਾਬੂ ਨਹੀਂ ਆਉਣਾ। ਪਰ ਜਦੋਂ ਮਹਾਤਮਾ ਨੱਥ ਪਾ ਦਿੰਦੇ ਆ ਉਹਨੂੰ, ਇਸੇ ਤਰ੍ਹਾਂ ਤੁਹਾਡਾ ਮਨ ਅਥਰਾ ਘੋੜਾ ਹੈ, ਇਹਦੀ ਸਾਰੀ ਸ਼ਕਤੀ ਗਲੇ 'ਚ ਹੈ, ਇਹਦੇ ਕੰਧੇ 'ਚ ਹੈ। ਉਹ ਘੋੜੇ ਨੂੰ ਤੁਸੀਂ ਕੰਧੇ ਤੋਂ ਗਲ ਦੇ ਵਿੱਚ ਰੱਸਾ ਪਾ ਕੇ ਕਿਵੇਂ ਫੜ ਸਕਦੇ ਹੋ? ਲੈ ਜਾਏਗਾ ਖਿੱਚ ਕੇ। ਪਰ ਉਹਦੀ ਨੱਥ ਕਿਵੇਂ ਪਾਉਣੀ? ਹੁਣ ਮਨ ਨੂੰ ਨੱਥ ਪਾਉਣੀ ਕੌਣ ਸਿਖਾਏਗਾ? ਸੰਤ ਸਿਖਾਉਣਗੇ। ਇਹ ਬਾਹਰ ਵਾਲਾ ਘੋੜਾ ਨਹੀਂ ਤੁਸੀਂ ਫੜ ਕੇ 5-4 ਜਣੇ ਤੇ ਉਹਦੀ ਨੱਕ 'ਚ ਮੋਰੀ ਕੱਢ ਕੇ ਰੱਸੀ ਪਾ ਦਿਓਗੇ। ਮਨ ਦਾ ਨੱਕ ਕਿੱਥੇ ਹੈ? ਇਹਨੂੰ ਨੱਥ ਕਿਵੇਂ ਪੈਣੀ ਹੈ? ਇਹ ਕਿਸੇ ਸਤਸੰਗੀ ਤੋਂ ਪੁੱਛੋ, ਜਿਹਨੇ ਗੁਰੂ ਧਾਰਨ ਕੀਤਾ ਉਹਨੂੰ ਪੁੱਛੋ। ਫਿਰ ਕਹੋ ਹੁਣ ਮਨ ਨੂੰ ਹੁਣ ਭੱਜ ਕਿੱਥੇ ਭੱਜਦਾ? ਭੱਜ ਕਿੱਥੇ ਭੱਜਦਾ? ਨਹੀਂ ਭੱਜ ਸਕਦਾ। ਇਹ ਹੁਣ ਕਾਇਆ ਕੰਚਨ ਸ਼ਬਦ ਨੇ ਬਣਾਉਣੀ ਹੈ। ਸ਼ਬਦ ਤਾਂ ਬਣਾਏਗਾ ਜੇ ਸ਼ਬਦ ਵਿੱਚ ਮਨ ਟਿਕੇਗਾ। ਬਾਣੀ ਗਿਆਨ ਹੈ। ਮਹਾਤਮਾ ਤੁਹਾਨੂੰ ਗਿਆਨ ਦੇ ਰਹੇ, ਸੰਤ ਤੁਹਾਨੂੰ ਗਿਆਨ ਦੇ ਰਹੇ, ਗੁਰੂ ਤੁਹਾਨੂੰ ਗਿਆਨ ਦੇ ਰਹੇ ਹੈ। ਉਹ ਕਹਿੰਦੇ ਸ਼ਬਦ ਹੀਰਾ ਹੈ, ਇਹ ਪਾਰਸ ਹੈ, ਇਹ ਤੈਨੂੰ ਸੋਨਾ ਬਣਾ ਦੇਗਾ। ਪਰ ਹੁਣ ਮਹਾਰਾਜ ਜੀ ਇਹਨੂੰ ਛੂਹਣਾ ਕਿੱਦਾਂ ਹੈ? ਇਹਨੀ ਵਰਤੋਂ ਕਿੱਦਾਂ ਕਰਨੀ ਹੈ? ਤਿੱਥੈ ਹਰ ਵਸੈ ਜਿਸ ਕਾ ਅੰਤ ਨਾ ਪਾਰਾਵਾਰ। ਹੁਣ ਸ਼ਬਦ ਨੇ ਜਦੋਂ ਕਾਇਆ ਕੰਚਨ ਬਣ ਜਾਂਦੀ ਹੈ, ਜਦੋਂ ਸ਼ਬਦ ਕਾਇਆ ਨੂੰ ਸਵਾਰ ਦਿੰਦਾ ਹੈ, ਜਦੋਂ ਹੀਰਾ ਕਾਇਆ ਨੂੰ ਹੀਰਾ ਬਦਲ ਦਿੰਦਾ ਹੈ, ਜਦੋਂ ਸੋਨਾ ਆਪਣਾ ਅਸਲ ਰੂਪ ਧਾਰਨ ਕਰ ਲੈਂਦਾ ਹੈ, ਤੇ ਫਿਰ ਉਹ ਕਿੱਥੇ ਪਹੁੰਚ ਜਾਂਦਾ ਹੈ? ਉਹ ਪਹੁੰਚ ਜਾਂਦਾ ਹੈ ਸ਼ੋਰੂਮ ਵਿੱਚ। ਉਹ ਪਹੁੰਚ ਜਾਂਦਾ ਹੈ ਅਸਲ ਉੱਥੇ ਜਿੱਥੇ ਉਹਦੀ ਕਦਰ ਹੈ, ਜਿੱਥੇ ਉਹਦਾ ਗਾਹਕ ਹੈ, ਜਿੱਥੇ ਉਹਦੀ ਥਾਂ ਹੈ। ਤਿੱਥੇ ਹਰ ਵਸੇ ਜਿਸ ਕਾ ਅੰਤ ਨਾ ਪਾਰਾਵਾਰ। ਜਿਹਦਾ ਪਾਰਾਵਾਰ ਕੋਈ ਨਹੀਂ, ਉਹ ਪਰਮੇਸ਼ਰ ਹੈ, ਉਹ ਬ੍ਰਹਮ ਹੈ। ਤੇ ਕਾਇਆ ਨੂੰ ਕੰਚਨ ਕਿਵੇਂ ਕਰੋਗੇ? ਅਨ ਦਿਨ ਹਰ ਸੇਵੀਐ ਸੱਚੀ ਬਾਣੀ, ਹਰ ਜੋ ਸ਼ਬਦ ਮਿਲਾਏਦਾ। ਉਹ ਕਹਿੰਦੇ ਰੋਜ਼ਾਨਾ ਬਾਣੀ ਭਾਵ ਗਿਆਨ, ਰੋਜ਼ਾਨਾ ਤੁਸੀਂ ਇਹ ਗਿਆਨ ਹਾਸਲ ਕਰੋ। ਇਹ ਵਿਧੀ ਲਓ, ਤਰੀਕਾ ਲਓ। ਹੁਣ ਬਾਣੀ ਦੇ ਵਿੱਚ ਵਿਧੀ ਹੈ, ਤਰੀਕਾ ਹੈ। ਬਾਣੀ ਗੁਰੂ ਹੈ। ਸਰਗੁਣ ਤੇ ਨਿਰਗੁਣ ਦਾ ਭੇਦ ਜਾਣੋ। ਹੁਣ ਨਿਰਗੁਣ ਜਿਹੜਾ ਗੁਰੂ ਹੈ, ਨਿਰਗੁਣ ਦਾ ਭੇਦ ਸਰਗੁਣ ਦੇ ਰਿਹਾ ਹੈ। ਹੁਣ ਸਰਗੁਣ ਤੱਕ ਤੁਹਾਨੂੰ ਪਹੁੰਚਣਾ ਪਏਗਾ, ਤਾਂ ਨਿਰਗੁਣ ਦਾ ਭੇਦ ਆਏਗਾ। ਸਿੱਧਾ ਨਿਰਗੁਣ ਦਾ ਭੇਦ ਆਉਣਾ ਨਹੀਂ। ਭਾਵ ਕਿਸੇ ਐਸੇ ਸੱਜਣ, ਕਿਸੇ ਐਸੇ ਸੰਤ ਮਹਾਤਮਾ ਕੋਲ ਜਾਣਾ ਪਏਗਾ ਜਿਨੇ ਨਿਰਗੁਣ ਨੂੰ ਜਾਣ ਲਿਆ। ਜਦੋਂ ਨਿਰਗੁਣ ਨੂੰ ਜਾਣ ਲਿਆ ਜਿਹਨੇ, ਉਹ ਤੁਹਾਨੂੰ ਇਹ ਸਮਝਾਏਗਾ ਅਨ ਦਿਨ ਹਰ ਸੇਵੋ। ਇਹ ਸੱਚੀ ਬਾਣੀ ਕਹਿ ਰਹੀ ਹੈ, ਇਹ ਗੁਰੂ ਕਹਿ ਰਿਹਾ ਹੈ। ਹਰ ਜੋ ਸ਼ਬਦ ਮਿਲਾਏਦਾ, ਹਰੀ ਨੂੰ ਪਤਾ ਕਿੰਨੇ ਮਿਲਾਉਣਾ ਹੈ? ਕਾਇਆ ਕੰਚਨ ਕਿੰਨੇ ਕਰਨੀ ਹੈ? ਮੁੱਲ ਕਿੰਨੇ ਪਵਾਉਣਾ ਹੈ? ਸ਼ਬਦ ਨੇ। ਮਨ ਦੀ ਮੈਲ ਕਿੰਨੇ ਧੋਣੀ ਹੈ? ਸ਼ਬਦ ਨੇ। ਤੇ ਸ਼ਬਦ ਨਾਲ ਮਨ ਦੀ ਮੈਲ ਕਿਵੇਂ ਧੋਣੀ ਹੈ? ਇਹ ਗੁਰੂ ਦੱਸਣਗੇ। ਇਹ ਗਿਆਨ ਤੋਂ ਪਤਾ ਚੱਲੇਗਾ। ਹਰ ਚੇਤ ਹੈ ਤਿਨ ਬਲਿਹਾਰ ਜਾਓ। ਉਹ ਕਹਿੰਦੇ ਜਿਹੜਾ ਬੰਦਾ ਸ਼ਬਦ ਦੀ ਕਮਾਈ ਕਰਨ ਲੱਗ ਜਾਂਦਾ ਹੈ ਨਾ, ਕਿਉਂਕਿ ਸ਼ਬਦ ਸਾਨੂੰ ਪਰਮਾਤਮਾ ਨਾਲ ਜੋੜਦਾ ਹੈ। ਜਿਹੜੀ ਸਾਡੀ ਚੇਤਾ ਸ਼ਕਤੀ ਹੈ, ਜਿਹੜੀ ਸਾਡੀ ਸੰਸਾਰ ਦੇ ਵਿੱਚ ਘੁੰਮਦੀ ਪਈ ਸੀ, ਜਿਹੜੀ ਵਿਕਾਰਾਂ ਦੇ ਵਿੱਚ ਘੁੰਮਦੀ ਪਈ ਸੀ, ਹੁਣ ਸ਼ਬਦ ਉਹਨੂੰ ਅੱਗੋਂ ਡੱਕ ਡੱਕ ਕੇ ਰੱਬ ਕੋਲ ਲਿਜਾਂਦਾ।
ਹੁਣ ਤਜਰਬੇ ਦੇ ਤੌਰ ਤੇ ਤੁਹਾਨੂੰ ਉਦਾਹਰਨ ਦੇ ਤੌਰ ਤੇ ਸਮਝਾ ਦਿੰਦੇ ਆ। ਜਦੋਂ ਤੁਸੀਂ ਨਾਮ ਜਪਣ ਲੱਗਦੇ ਹੋ ਉਦੋਂ ਤੁਹਾਡਾ ਮਨ ਕਦੇ ਰਿਸ਼ਤੇਦਾਰੀਆਂ ਤੇ ਜਾਂਦਾ ਹੈ, ਕਦੇ ਜਿਹੜੇ ਕੰਮ ਤੁਹਾਡੇ ਪੈਂਡਿੰਗ ਪਏ ਹੁੰਦੇ ਨੇ ਉਹਨਾਂ 'ਚ ਜਾਂਦਾ ਹੈ, ਸਵੇਰੇ ਕੀ ਕਰਨਾ ਉਹਦੇ 'ਚ ਜਾਂਦਾ ਹੈ, ਅੰਮ੍ਰਿਤ ਵੇਲੇ ਵੱਖੋ ਵੱਖਰੇ ਤਰੀਕਿਆਂ ਨਾਲ ਮਨ ਜਾਂਦਾ ਨੇ। ਕੋਈ ਨਾ ਕੋਈ ਮਨ ਤੇ ਬੋਝ ਹੁੰਦਾ ਹੀ ਹੈ ਵੀ ਆਹ ਕੰਮ ਕਰਨ ਵਾਲਾ ਹੁੰਦਾ ਹੈ ਨਾ, ਕਿਸੇ ਦਾ ਦੇਣਾ ਕਿਸੇ ਤੋਂ ਲੈਣਾ ਹੁੰਦਾ ਹੈ। ਹੁਣ ਜਦੋਂ ਤੁਸੀਂ ਨਾਮ ਜਪਣ ਲੱਗਦੇ ਹੋ ਤੇ ਤੁਹਾਡਾ ਧਿਆਨ ਉਧਰ ਖਿੱਚ ਕੇ ਜਾਂਦਾ ਹੈ। ਉਹ ਜਦੋਂ ਉਧਰ ਜਾਂਦਾ ਹੈ ਤੇ ਉਹਦੇ ਨਾਲ ਤੁਸੀਂ ਜਪ ਰਹੇ ਹੋ ਇੱਕ ਓੰਕਾਰ। ਹੁਣ ਇੱਕ ਓੰਕਾਰ ਦਾ ਵੀ ਕੋਈ ਅਰਥ ਹੈ? ਅਰਥ ਹੈਗਾ ਕੋਈ ਨਹੀਂ, ਪਰ ਤੁਹਾਡੇ ਮਨ ਨੂੰ ਮੋੜਨ ਵਾਸਤੇ ਇੱਕ ਓੰਕਾਰ ਦਾ ਅਰਥ ਕੀਤਾ ਗਿਆ। ਕੋਈ ਦੁਨੀਆ ਤੇ ਜੰਮਿਆ ਨਹੀਂ ਇੱਕ ਓੰਕਾਰ ਦਾ ਅਰਥ ਕਰਦਾ, ਐਸਾ ਕੋਈ ਪੈਦਾ ਨਹੀਂ ਹੋਇਆ। ਇੱਕ ਓੰਕਾਰ ਦਾ ਕਦੇ ਅਰਥ ਹੋ ਹੀ ਨਹੀਂ ਸਕਦਾ। ਜਿਹੜਾ ਕਵੇ ਨਾ ਮੈਂ ਇੱਕ ਓੰਕਾਰ ਦੇ ਅਰਥ ਕਰ ਦਿੱਤੇ ਨੇ, ਮੱਥਾ ਹੀ ਟੇਕ ਦਿਓ। ਨਿਰਾਕਾਰ ਦਾ ਕੀ ਅਰਥ ਕਰੋਗੇ? ਅਸੀਮ ਦਾ ਕੀ ਅਰਥ ਕਰੋਗੇ? ਬ੍ਰਹਮ ਦਾ ਕੀ ਅਰਥ ਕਰੋਗੇ? ਇਹ ਕੇਵਲ ਇੱਕ ਮਨ ਨੂੰ ਸਮਝਾਉਣ ਲਈ ਕਿ ਮੰਨ ਲਓ ਉਹ ਪਰਮਾਤਮਾ ਇੱਕ ਹੈ। ਹੁਣ ਤੁਹਾਨੂੰ ਕਿੱਥੋਂ ਪਤਾ ਲੱਗੇਗਾ ਇੱਕ ਹੈ? ਹਲੇ ਮੰਨਿਆ ਹੀ ਹੈ ਨਾ, ਜਦੋਂ ਪਹੁੰਚੋਗੇ ਪਤਾ ਲੱਗੇਗਾ ਨਾ ਇੱਕ ਹੈ। ਜਦੋਂ ਉਸ ਭੇਦ ਨੂੰ ਜਾਣੋਗੇ ਏਕ ਹੈ ਅਨੇਕ ਹੈ ਫਿਰ ਏਕ ਹੈ, ਹਲੇ ਤਾਂ ਮੰਨਿਆ ਹੀ ਹੈ। ਬੱਚਾ ਜਦੋਂ ਸਕੂਲ ਜਾਂਦਾ ਹੈ ਉਹਨੂੰ ਉਦੋਂ ਇੱਕ ਦੀ ਕੀਮਤ ਕੀ ਪਤਾ ਹੁੰਦੀ ਹੈ ਵੀ ਇਹ ਇੱਕ ਮੇਰੇ ਕੀ ਕੰਮ ਆਉਣਾ। ਜਿੱਥੇ ਉਹਨੂੰ 1 ਤੋਂ 9 ਤੱਕ ਪੜਾਉਂਦੇ ਜੇ, ਨਾਲ ਉਹਨੂੰ 0 ਵੀ ਪੜਾਉਂਦੇ ਜੇ, ਪੁੱਤ ਜੇ 0 ਨਾ ਪੜੀ ਤੇ 9 ਤੱਕ ਦਾ ਕੋਈ ਫਾਇਦਾ ਨਹੀਂ। 0 ਪਾਣੀ ਨਾ ਆਈ ਤੇ 9 ਤੇ ਖੜ ਜਾਏਗਾ, ਗਾਂ ਕੀ ਕਰੇਗਾ? ਮੈਥ ਚੱਲਣਾ ਨਹੀਂ ਹੈ। ਉਸ ਦਿਨ ਬੱਚੇ ਨੂੰ ਪੈਦਾ ਨਹੀਂ ਹੁੰਦਾ ਮੈਂ ਬੈਂਕ ਮੈਨੇਜਰ, ਪਤਾ ਨਹੀਂ ਹੁੰਦਾ ਮੈਂ ਬੈਂਕ ਮੈਨੇਜਰ ਬਣਨਾ ਹੈ, ਨਹੀਂ ਪਤਾ ਨਾ। ਜਿਹੜਾ ਬੰਦਾ ਸਾਇੰਸ ਪੜ੍ਹਦਾ ਹੈ ਉਸ ਦਿਨ ਉਹਨੂੰ ਪਤਾ ਨਹੀਂ ਹੈਗਾ ਮੈਂ ਮੈਡੀਕਲ ਦਾ ਡਾਕਟਰ ਬਣਨਾ ਹੈ, ਨਹੀਂ ਪਤਾ। ਉਸ ਦਿਨ ਜਦੋਂ ਬਾਇਓ ਪੜ੍ਹਦਾ ਹੈ, ਫਿਜ਼ਿਕਸ ਪੜ੍ਹਦਾ ਹੈ, ਕੁਝ ਵੀ ਪੜ੍ਹਦਾ ਹੈ ਸਾਇੰਸ ਦਾ, ਉਸ ਦਿਨ ਇਹਨੂੰ ਬਿਲਕੁਲ ਨਹੀਂ ਪਤਾ ਮੈਂ ਕੀ ਬਣਨਾ ਹੈ। ਉਸ ਦਿਨ ਮੰਨ ਲਓ ਪੜ੍ਹਦਾ, ਉਹ ਮੰਨ ਲਓ ਤੇ ਮੰਨ ਲਓ ਇੱਕ ਦੇ ਦੁਨੀਆ ਨੇ ਅਰਥ ਕੀਤੇ ਨੇ ਸਿੰਗਲ ਹੈ, ਉਹ ਵਨ ਹੈ, ਇੱਕ ਹੈ। ਪਰ ਇੱਕ ਕਿਵੇਂ ਹੈ? ਜੇ ਕਿਸੇ ਨੂੰ ਪੁੱਛ ਲੋਗੇ ਕਿਸੇ ਨੂੰ ਨਹੀਂ ਪਤਾ। ਪਤਾ ਕਿਹਨੂੰ ਹੈ? ਜਿਹੜਾ ਇੱਕ ਦੇ ਵਿੱਚ ਸਮਾ ਗਿਆ। ਨਦੀ ਨੂੰ ਪੁੱਛੋ ਸਮੁੰਦਰ ਕੀ ਹੁੰਦਾ ਹੈ, ਖਾਕ ਦੱਸੇਗੀ ਨਦੀ। ਸਮੁੰਦਰ ਕੀ ਹੁੰਦਾ ਹੈ? ਕੀ ਪਤਾ ਨਦੀ ਨੂੰ ਸਮੁੰਦਰ ਕੀ ਹੁੰਦਾ ਹੈ? ਸਮੁੰਦਰ ਕਿਤੇ ਨਦੀ ਕਿਤੇ, ਕੀ ਦੱਸੇ? ਕਦੋਂ ਪਤਾ ਲੱਗੇਗਾ ਨਦੀ ਨੂੰ? ਜਦੋਂ ਨਦੀ ਉਹਦੇ ਵਿੱਚ ਅਪੇਦ ਹੋ ਜਾਏ। ਤੁਸੀਂ ਪਰਮਾਤਮਾ ਦੇ ਵਿੱਚ ਅਭੇਦ ਹੋਣ ਦਾ ਤੁਹਾਨੂੰ ਵਾਲੇ ਆਨੰਦ ਪਤਾ ਨਹੀਂ ਹੈਗਾ। ਤੁਹਾਨੂੰ ਕਾਮ ਦਾ ਆਨੰਦ ਪਤਾ ਹੈ ਵੀ ਕਾਮ ਦਾ ਆਨੰਦ ਕਿਵੇਂ ਲੈਣਾ। ਤੁਹਾਨੂੰ ਕ੍ਰੋਧ ਦਾ ਆਨੰਦ ਪਤਾ ਹੈ, ਹੰਕਾਰ ਦਾ ਆਨੰਦ ਪਤਾ ਹੈ। ਮੈਂ ਦੂਸਰੇ ਨਾਲੋਂ ਇਹਨੇ ਆਹ ਕਾਰ ਲਿਆਂਦੀ ਹੈ ਤੇ ਮੈਂ ਆਹ ਲਿਆਉਂਦੀ, ਪਤਾ ਹੈ। ਜਦੋਂ ਉਹਦੇ ਘਰ ਦੇ ਅੱਗੇ ਟੀ ਟੀ ਵਜਾ ਕੇ ਜਾਵਾਂਗੇ ਉਹ ਆਨੰਦ ਕੀ ਹੈ। ਜਦੋਂ ਮੈਂ ਸ਼ਹਿਰ ਚ ਨੰਗਾ ਤੇ ਦੁਨੀਆ ਮੈਨੂੰ ਵੇਖੇ, ਇਹ ਆਨੰਦ ਤੁਹਾਨੂੰ ਪਤਾ ਹੈ। ਚੰਗਾ ਸੋਹਣਾ ਸੂਟ ਪਾਇਆ, ਲੋਕੀ ਫੜ ਫੜ ਵੇਖਣ ਬੀਬੀ ਕਿੱਥੋਂ ਲਿਆਈ ਹੈ, ਸਾਨੂੰ ਤਾਂ ਮਿਲਿਆ ਨਹੀਂ ਕਿਤੋਂ, ਇਹ ਤੁਹਾਨੂੰ ਆਨੰਦ ਪਤਾ ਹੈ। ਚੰਗਾ ਗਹਿਣਾ ਬਣਾਇਆ, ਚੂੜੀਆਂ ਬਣਾਈਆਂ, ਗਜਰਾ ਮੋਟਾ ਸਾਰਾ ਬਾਬਾ ਪਾਈਆ ਦਾ 250 ਗ੍ਰਾਮ ਦਾ ਪਾਇਆ ਹੈ, ਇਹ ਸੋਨੇ ਦਾ ਪਿਓਰ ਹੈ, ਇਹ ਆਨੰਦ ਪਤਾ ਹੈ। ਪਤਾ ਹੈ ਨਾ।
ਉਹ ਪ੍ਰਮਾਤਮਾ ਦੇ ਮਿਲਣ ਦਾ ਆਨੰਦ ਵੀ ਕਿਸੇ ਤੋਂ ਪੁੱਛ ਲਓ। ਉਹ ਸੰਤ ਤੁਹਾਨੂੰ ਆਵਾਜ਼ਾਂ ਮਾਰ ਮਾਰ ਕਹਿ ਰਹੇ, ਉਹ ਕਹਿੰਦੇ ਇਹ ਸਾਰੇ ਰਸ ਫਿੱਕੇ, ਅੱਧਾ ਕਿਲੋ ਦਾ ਸੋਨੇ ਦਾ ਕੜਾ, ਸਭ ਤੋਂ ਵੱਡੀ ਗੱਡੀ, ਸ਼ਹਿਰ ਦਾ ਅਮੀਰ ਆਦਮੀ, ਲੋਕੀ ਖੜ ਖੜ ਵੇਖਣ, ਦੁਨੀਆ ਦੇ ਵਿੱਚ ਮੋਸਟ ਪਪੂਲਰ ਹੋ ਜਾਏ। ਮਹਾਰਾਜ ਕਹਿੰਦੇ ਨੇ ਉਸ ਆਨੰਦ ਦੇ ਅੱਗੇ ਇਹ ਕਿਣਕਾ ਆਨੰਦ ਵੀ ਨਹੀਂ ਹੈਗਾ। ਤੇ ਭਲਿਓ ਕਦੇ ਬਹਿ ਕੇ ਸੋਚ ਲਓ ਯਾਰ, ਏਡਾ ਮਹਾਤਮਾ, ਏਡੇ ਵੱਡੇ ਸੰਤ, ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਮਹਾਰਾਜ ਝੂਠ ਬੋਲਦੇ ਪਏ। ਫਰੀਦ ਜੀ, ਕਬੀਰ ਜੀ, ਰਵਿਦਾਸ ਜੀ ਝੂਠ ਬੋਲਦੇ ਪਏ। ਫਿਰ ਤੁਸੀਂ ਉਹੀ ਨੰਬਰ 1 ਬਣਨ ਦੇ ਪਿੱਛੇ ਲੱਗੇ ਹੋ ਤੇ ਪ੍ਰਭੂ ਪ੍ਰਾਪਤੀ ਵਾਸਤੇ ਫਿਰ ਵੀ ਨਹੀਂ ਤੁਰ ਪਏ। ਉਵੇਂ ਤੁਸੀਂ ਕਹਿੰਦੇ ਹੋ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਕਾਹਦੇ ਸਿੱਖ ਹੋ? ਕੋਈ ਆਪਣੀ ਫਿਲਾਸਫੀ ਨਾਲ ਮਸ਼ਹੂਰ ਹੋਣਾ ਚਾਹ ਰਿਹਾ ਹੈ, ਕੋਈ ਆਪਣੇ ਗਿਆਨ ਦੀ ਕਲਮ ਨਾਲ ਮਸ਼ਹੂਰ ਹੋਣਾ ਚਾਹ ਰਿਹਾ ਹੈ, ਕੋਈ ਕਹਿੰਦਾ ਮੈਂ ਲਿਖਦਾ ਬੜਾ ਸੁੰਦਰ ਹਾਂ, ਕੋਈ ਕਹਿੰਦਾ ਮੈਂ ਬੋਲਦਾ ਬੜਾ ਸੁੰਦਰ ਹਾਂ, ਕੋਈ ਕਹਿੰਦਾ ਮੇਰੀ ਸ਼ਕਲ ਸੂਰਤ ਬੜੀ ਸੁੰਦਰ ਹੈ। ਇਹ ਕੀ ਤੁਸੀਂ ਦੁਨਿਆਵੀ ਨੁਕਤੇ ਲੈ ਲੈ ਕੇ ਮਸ਼ਹੂਰ ਹੋਣਾ ਚਾਹ ਰਹੇ ਹੋ? ਜੇ ਮਸ਼ਹੂਰ ਹੀ ਹੋਣਾ ਹੈ ਤੇ ਰੱਬ ਦੇ ਪੁੱਤਰ ਬਣ ਕੇ ਮਸ਼ਹੂਰ ਹੋਵੋ ਨਾ, ਫਰੀਦ ਬਣ ਕੇ ਮਸ਼ਹੂਰ ਹੋਵੋ ਨਾ, ਕਬੀਰ ਬਣ ਕੇ ਮਸ਼ਹੂਰ ਹੋਵੋ ਨਾ, ਰਹਿੰਦੀ ਦੁਨੀਆ ਤੱਕ ਨਾ ਰਹੇਗਾ ਤੁਹਾਡਾ। ਤੇ ਜਦੋਂ ਕਿਤੇ ਐਸਾ ਸ਼ੌਂਕ ਤੁਹਾਡੇ ਮਨ ਵਿੱਚ ਆ ਜਾਏ ਤੇ ਸਾਡੇ ਲਈ ਵੀ ਥੋੜੀ ਜੀ ਬੇਨਤੀ ਕਰ ਦਿਓ ਕਿ ਭਾਈ ਜਿਨ੍ਹਾਂ ਰਾਹ ਦੱਸਿਆ ਅਸੀਂ ਤੁਹਾਡੇ ਲਈ ਕਰਦੇ ਹਾਂ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰ, ਰਲ ਮਿਲ ਕੇ ਤੁਰੀਏ, ਕਾਰਵਾ ਬਣਾਈਏ। ਆਪਾਂ ਰਾਮ ਦੇ ਆ, ਆਪਾਂ ਕੀ ਦੇ ਆ? ਰਾਮ ਦੇ ਆ। ਆਪਾਂ ਰਾਮ ਕੀ ਆ? ਆਪਾਂ ਪਰਮੇਸ਼ਰ ਦੇ ਆ, ਆਪਾਂ ਗੁਰੂਆਂ ਦੇ ਆ, ਆਪਾਂ ਸੰਤਾਂ ਦੇ ਆ, ਆਪਾਂ ਭਗਤਾਂ ਦੇ ਆ, ਆਪਾਂ ਨਿਰੰਕਾਰ ਦੇ ਆ, ਆਪਾਂ ਬ੍ਰਹਮ ਦੇ ਨਹੀਂ ਆ, ਬ੍ਰਹਮ ਹਾਂ। ਕਿਤੇ ਬ੍ਰਹਮ ਵੱਲ ਨੂੰ ਤੁਰ ਕੇ ਵੇਖੋ, ਜਦੋਂ ਏਡੀਆਂ ਏਡੀਆਂ ਵੱਡੀਆਂ ਮਹਾਨ ਹਸਤੀਆਂ ਇਹ ਗੱਲ ਕਹਿ ਰਹੀਆਂ, ਇਹ ਗੱਲ ਸੱਚ ਹੈ, ਇਹ ਗੱਲ ਸੱਚ ਹੈ। ਪਰ ਅਸੀਂ ਇਹਨੂੰ ਪੜ੍ਹਨ ਤੱਕ ਸੀਮਤ ਰਹਿ ਗਏ। ਅਸੀਂ ਦੁਨੀਆ ਦੇ ਕੰਮਾਂ ਨੂੰ ਵੱਡਾ ਜਾਣ ਲਿਆ। ਉਹ ਪੁੱਛੋ ਉਸ ਬੰਦੇ ਨੂੰ ਜਿਹੜਾ ਕਰੋੜਪਤੀ ਸੀ ਤੇ ਅਖੀਰਲੀ ਵਾਲੀ ਉਹਨੂੰ ਆਕਸੀਜਨ ਨਹੀਂ ਮਿਲੀ, ਉਹ ਸਾਹ ਤੋਂ ਮਰ ਗਿਆ, ਦੁਨੀਆ ਛੱਡ ਗਿਆ ਸਾਹ ਤੋਂ। ਕਿਹੜੀ ਦੁਨਿਆਵੀ ਕਮਾਈ ਕਰਨੀ ਹੈ ਤੁਸੀਂ? ਵੱਡੇ ਵੱਡੇ ਫਿਲਾਸਫਰ, ਵੱਡੇ ਵੱਡੇ ਪ੍ਰਚਾਰਕ, ਵੱਡੇ ਵੱਡੇ ਟੀਵੀਆਂ ਦੇ ਐਂਕਰ ਜਿਹੜੇ ਬੋਲਣ ਲੱਗਦੇ ਸੀ ਤੇ ਲੋਕੀ ਉਹਨਾਂ ਨੂੰ ਇੱਕ ਟੱਕ ਸੁਣਦੇ ਸੀ। ऐसे जो न्यूज एंकर, ऐसे ऐसे प्रचारक, ऐसे ऐसे कीर्तनीय जिहड़े समा बंद देंदे सी, ते की मुल पै गया? की कम आएगी साडी इस दुनियावी प्रतिष्ठा? मैं सोच रहा सा बंदे दी जवानी एक बड़ा वड्डा हथियार है बंदे वास्ते, बड़ी वड्डी उहदे कोल ऊर्जा है, समगरी है, समय मौका है। जे तां इह सकारत हो जाए, किसे गुरु दे चरनां च लग जाए जवानी, ते जीवन दा रंग बदल जाता है, संसार ते आया प्रमाण हो जाता है जिवें धरू दी लग गई। जिवें देव ऋषि नारद जी ने धरू नूं बचपन च ही संभाल लिया,
ਤੇ ਜਵਾਨੀ ਸਕਾਰਤ ਕਰ ਦਿੱਤੀ ਤੇ ਨਾ ਰਹਿ ਗਿਆ ਜੁਗਾਂ ਜੁਗਾਂ ਤੱਕ ਧਰੂ ਜੀ ਦਾ, ਨਾ ਰਹਿ ਗਿਆ। ਪ੍ਰਹਿਲਾਦ ਨੇ ਅਨੇਕਾਂ ਹੀ ਸੰਤਾਂ ਭਗਤਾਂ ਨੇ ਆਪਣੀ ਜਵਾਨੀ ਸਾਂਭੀ, ਸਤਿਗੁਰਾਂ ਨੂੰ ਭੇਟ ਕਰ ਦਿੱਤੀ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹਨਾਂ ਆਪਣੀ ਮੱਤ ਤੇ ਆਪਣੀ ਜਵਾਨੀ ਭੇਟ ਕਰ ਦਿੱਤੀ ਗੁਰੂਆਂ ਨੂੰ, ਤੇ ਗੁਰੂਆਂ ਨੇ ਉਹਨਾਂ ਨੂੰ ਤਰਾਸ਼ ਕੇ ਹੀਰੇ ਬਣਾ ਦਿੱਤਾ। ਹੀਰੇ ਹੀਰੇ, ਔਰ ਐਸੇ ਹੀਰੇ ਉਹ ਹੀਰੇ ਨਹੀਂ ਜਿਹੜੇ ਟਰੰਕਾਂ ਦੇ ਵਿੱਚ, ਟੈਚੀਆਂ ਦੇ ਵਿੱਚ, ਬਕਸਿਆਂ ਦੇ ਵਿੱਚ ਚੋਰੀ ਦੇ ਡਰ ਤੋਂ ਲਕੋ ਲਕੋ ਕੇ ਰੱਖੇ ਜਾਂਦੇ ਨੇ। ਐਸੇ ਹੀਰੇ ਜਿਹੜੇ ਸੰਸਾਰ ਤੇ ਚਮਕਦੇ ਨੇ, ਜਿਹੜੇ ਕੁੱਲ ਦੁਨੀਆ 'ਚ ਚਮਕਦੇ ਨੇ, ਜਿਨ੍ਹਾਂ ਦਾ ਨਾਂ ਲੈਂਦਿਆਂ ਹੀ ਉਹਨਾਂ ਦੀ ਸਾਰੀ ਸ਼ਖਸੀਅਤ, ਉਹਨਾਂ ਦੇ ਕਾਰਨਾਮੇ ਸਾਹਮਣੇ ਆ ਜਾਂਦੇ ਨੇ। ਔਰ ਜੇ ਕਿਤੇ ਇਹ ਜਵਾਨੀ ਨੂੰ ਸਤਿਗੁਰੂ ਨਾ ਮਿਲੇ, ਉਹ ਬੰਦਿਆ ਤੇਰੀ ਦੁਸ਼ਮਣੀ ਇਹ ਜਵਾਨੀ ਬਣੀ ਜਾਂਦੀ ਹੈ। ਜਿੰਨੇ ਵਿਕਾਰ ਬੰਦੇ ਵਿੱਚ ਆਉਂਦੇ ਨੇ ਸਭ ਜਵਾਨੀ 'ਚ ਆਉਂਦੇ ਨੇ। ਜੋ ਬਣਦਾ ਹੈ ਬੰਦਾ, ਚੋਰ ਬਣਦਾ ਹੈ, ਠੱਗ ਬਣਦਾ ਹੈ, ਗੈਂਗਸਟਰ ਬਣਦਾ ਹੈ, ਕੁਛ ਵੀ ਬਣਦਾ ਹੈ, ਜਵਾਨੀ 'ਚ ਹੀ ਬਣਦਾ ਹੈ। ਇਹ ਜਵਾਨੀ ਹੀ ਦੁਸ਼ਮਣ ਬਣ ਜਾਂਦੀ ਹੈ ਬੰਦੇ ਦੀ, ਇਹੀ ਬੰਦੇ ਦਾ ਨਾਸ਼ ਕਰ ਦਿੰਦੀ ਹੈ, ਇਹੀ ਬੰਦੇ ਨੂੰ ਲੀਹੋਂ ਲਾ ਦਿੰਦੀ ਹੈ, ਵਿਕਾਰੀ ਬਣਾ ਦਿੰਦੀ ਹੈ, ਬਲਾਤਕਾਰੀ ਬਣਾ ਦਿੰਦੀ ਹੈ, ਕਾਮੀ, ਚੋਰ, ਠੱਗ, ਜੋ ਬਣਾਉਂਦੀ ਹੈ ਬਣਾਉਂਦੀ। ਇਹ ਬੜਾ ਕੀਮਤੀ ਪੀਰੀਅਡ ਹੈ, ਹਿੱਸਾ ਹੈ ਜ਼ਿੰਦਗੀ ਦਾ। ਇਸੇ ਕਰਕੇ ਮਾਵਾਂ ਨੂੰ, ਪਿਤਾ ਨੂੰ ਇਹ ਤਾਕੀਦ ਕਰੀਦੀ ਹੈ ਕਿ ਗੁਰੂਆਂ ਨੂੰ, ਬੱਚਿਆਂ ਨੂੰ ਬਚਪਨ 'ਚ ਹੀ ਕਿਤੇ ਸਤਿਪੁਰਸ਼ ਨਾਲ ਜੋੜ ਦਿਓ। ਆਪ ਜਾਓਗੇ ਤੇ ਬੱਚਿਆਂ ਨੂੰ ਵੀ ਲੈ ਕੇ ਜਾਓਗੇ ਨਾ। ਕਈ ਮਾਂ-ਬਾਪ ਆਪ ਧਾਰਮਿਕ ਸਥਾਨਾਂ ਤੇ ਆਉਂਦੇ ਨੇ, ਬੱਚਿਆਂ ਨੂੰ ਨਹੀਂ ਲਿਆਉਂਦੇ। ਆਪ ਆਉਂਦੇ ਨੇ ਸੰਤਾਂ ਕੋਲ, ਬੱਚਿਆਂ ਨੂੰ ਨਹੀਂ ਲਿਆਉਂਦੇ, ਜਾਂ ਬੱਚੇ ਆਉਂਦੇ ਨਹੀਂ ਐ ਕਹਿ ਲੋ, ਕੋਈ ਨਹੀਂ ਜੇ ਫਾਇਦਾ। ਤੁਸੀਂ ਆਪ ਬੁੱਢੇ ਪੁਰਾਣੇ ਹੋ ਗਏ ਹੋ, ਤੁਹਾਡੇ ਮਨ ਦਾ ਸੌਫਟਵੇਅਰ ਇੰਨਾ ਕੁ ਭਰਿਆ ਪਿਆ ਹੈ, ਉਹ ਤੁਹਾਡਾ ਮਨ ਟਿਕਦਾ ਨਹੀਂ। ਹੁਣ ਲੋੜਾਂ ਤੁਹਾਨੂੰ ਸੰਤ ਕੋਲ ਲੈ ਆਈਆਂ ਨੇ, ਜ਼ਰੂਰਤਾਂ ਤੁਹਾਨੂੰ ਹੁਣ ਸੰਤ ਕੋਲ ਲੈ ਆਈਆਂ ਨੇ। ਜਿਨ੍ਹਾਂ ਨੂੰ ਲਿਆਉਣਾ ਚਾਹੀਦਾ ਸੀ ਉਹਨਾਂ ਨੂੰ ਤੁਸੀਂ ਘਰ ਛੱਡ ਆਏ। ਦੇਖੋ ਨਾ ਸੰਸਾਰ ਕਿੱਥੇ ਜਾ ਰਿਹਾ। ਇਹ ਸਭ ਕੁਝ ਬਾਣੀ ਸਮਝਾ ਰਹੀ ਹੈ। ਕਿਉਂ ਸਮਝਾ ਰਹੀ ਹੈ? ਤੁਸੀਂ ਤਾਂ ਹੀ ਹਰ ਚੇਤੇ ਤਿੰਨ ਬਲਿਹਾਰੇ ਜਾਓ। ਹਰ ਚੇਤੇ ਕਿੱਥੇ ਆ ਕੇ ਆਏਗਾ? ਉਹਨੂੰ ਚੇਤਾ ਕਰਨ ਦਾ ਪ੍ਰੋਸੀਜਰ ਕੀ ਹੈ? ਜੇ ਕਿਸੇ ਮਸ਼ੀਨ ਵਿੱਚ ਕੱਪੜਾ ਪਏਗਾ ਤੇ ਧੋਤਾ ਜਾਏਗਾ ਨਾ। ਜੇ ਕੋਰਾ ਲੱਠਾ ਹੈ, ਉਸ ਲੱਠੇ ਦਾ ਕੋਈ ਪੋਸ਼ਾਕ ਬਣਾਉਣੀ ਹੈ ਤੇ ਕਿਸੇ ਟੇਲਰ ਦੀ ਕੈਂਚੀ ਚੱਲੇਗੀ, ਫਿਰ ਉਹਨੂੰ ਸੀਆ ਜਾਏਗਾ, ਫਿਰ ਕੱਟ ਵੱਢ ਹੋਏਗੀ ਤੇ ਫਿਰ ਉਹਦਾ ਕੋਈ ਰੂਪ ਬਣੇਗਾ ਨਾ। ਉਵੇਂ ਕੀ ਪਤਾ ਉਹ ਕੱਪੜਾ ਕਿੱਥੇ ਲਿਬੜ ਜਾਏ, ਕਿੱਥੇ ਗੰਦਗੀ 'ਚ ਡਿੱਗ ਜਾਏ, ਕਿੱਥੇ ਕਿਸੇ ਗੰਦੀ ਵਰਤੋਂ 'ਚ ਆ ਜਾਏ, ਕਿਸੇ ਮਾੜੇ ਕੰਮ ਆ ਜਾਏ। ਉਹ ਲਿਬੜਨ ਤੋਂ ਬਾਅਦ ਉਹ ਵੇਖਣ ਦੇ ਲਾਇਕ ਨਾ ਰਹੇ। ਤੇ ਉਹ ਵੀ ਕੱਪੜਾ ਜਿਹੜਾ ਗੁਰੂ ਮਹਾਰਾਜ ਦੀ ਸ਼ੋਭਾ ਬਣ ਜਾਂਦਾ, ਰਮਾਲਾ ਸਾਹਿਬ ਬਣ ਜਾਂਦਾ। ਉਹ ਵੀ ਸ਼ੋਭਾ ਜਿਹੜਾ ਸੰਤਾਂ ਮਹਾਤਮਾ ਦੇ ਤਨ ਦਾ ਸ਼ਿੰਗਾਰ ਬਣ ਜਾਂਦਾ ਕੱਪੜਾ। ਹੁਣ ਬੱਚੇ ਤੁਹਾਡੇ ਕੋਰੇ ਨੇ, ਇਹਨਾਂ ਨੂੰ ਮਹਾਤਮਾ ਘੜਨਗੇ, ਸੰਤ ਘੜਨਗੇ। ਰੋ ਵਿਚਾਰ, ਜਦੋਂ ਤੁਹਾਡਾ ਮਨ ਦੇ ਵਿੱਚ ਵਿਕਾਰ ਹੁੰਦਾ ਹੈ ਤੇ ਜਦੋਂ ਉਹ ਵਿਕਾਰ ਤੁਹਾਡੇ ਮਨ ਵਿੱਚ ਆਉਂਦਾ ਹੈ ਤੇ ਫਿਰ ਜਿਹੜਾ ਸ਼ਬਦ ਹੈ ਉਹ ਉਹਨੂੰ ਆਪਣਾ ਮਤਲਬ ਸਮਝਾਉਂਦਾ ਹੈ। ਬੇਨਤੀ ਕੀਤੀ ਸੀ, ਇੱਕ ਓੰਕਾਰ ਨੂੰ ਅਸੀਂ ਮੰਨ ਕੇ ਅਰਥ ਕੀਤੇ ਨੇ ਕਿ ਇਹ ਪਰਮਾਤਮਾ ਦਾ ਪ੍ਰਤੀਕ ਹੈ, ਗੁਰੂ ਦਾ ਮੰਤਰ ਹੈ। ਇਹਦੇ ਵਿੱਚ ਪਰਮਾਤਮਾ ਦੀ, ਅਕਾਲ ਪੁਰਖ ਦੀ ਵਡਿਆਈ ਹੈ।
एक ओंकार असी दुनियावी तौर पे अर्थ कीते ने दे कि वो एक है, वो प्रभु है, वो अपने आप तो प्रकाश है ते वो सदैव काल है। कि जिहड़ा मन है वो किसी ना किसी तरीके इहदे अर्थां विच जाके ते संसार विच ना जावे। गल बड़े ध्यान नाल समझना, नुकते दी है। असी जो ओम दे एक ओंकार दे सतनाम दे अर्थ करते हैं, असल अर्थ सानू उदों पता लगने ने जदों नदी जाके समुद्र विच पएगी, उदों पता लगेगा कि एक ओंकार दा रस की है, इहदा आनंद की है। एक ओंकार अनहद किवें बनदा है, ये नाद किवें बनदा है, ये सुन किवें बनदा, ये समाधि किवें लाउंदा ते निरंकार दे विच किदां अभेद करा दिंदा है। ये मेहनत करिया पता लगना है। सोना हले मिट्टी दे विच पिया है, तुसी उहदे बारे कोई अनुमान नहीं ला सकदे कि ये सोना की रूप धारण करेगा। वो जदों अपना सफर तय करके किसी गले का श्रृंगार बनेगा, किसी सच्ची जगह दे उत्ते वो हार बन के, कोई गहना बन के, छत्र बन के झुलेगा, फिर ओदियां तारीफां होणगियां, ओदा आनंद उदों पता लगेगा। इसी तरह जिहड़ा शब्द है वो मन नूं रोकदा है। हौली हौली जिहड़ी मन दी ऊर्जा है, जिहड़ी पुरानी माड़ी ऊर्जा मन ने धारण कीती हुई है, उस ऊर्जा नूं हौली हौली जिहड़ा मन है, जिहड़ा शब्द है उहनूं खत्म करी जांदा है। जिवें गड्डी दा तेल आपां चला चला के उहदा तेल मकाने है ना, एक गड्डी विच 40 लीटर 50 लीटर तेल होवे ते आपां उहनूं खत्म करना होवे ते आपां कहने इहनूं चला दिओ, फिर टैंकी धो के नवां तेल पावांगे। उहनूं खत्म करना होवे ते उहनूं हौली 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 बाल देना। अखीर दे विच जिवें दीवा है, मान लो उहदे विच तेल है, इसी तरह एक मन दी ऊर्जा है, वो ऊर्जा बुरी, काम दी, क्रोध दी, लोभ दी, मोह दी, हंकार दी, वो जिवें जिवें शब्द लो दई जाएगा, ऊर्जा खत्म होती जाएगी। हौली 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 अखीर वट्टी भी जल जाएगी ते मन खत्म हो जाएगा, मन का वजूद खत्म हो जाएगा। एक आज्ञाकारी सुरत रह जाएगी तुहाडी, एक प्रेम वाली सुरत रह जाएगी, ध्यान रह जाएगा। बस मन दे अर्थ की ने, संसार नूं तुसी मन लिया, जो तुहानूं विखदा तुसी इहनूं सच मान लिया, तुसी झूठ नूं सच मान लिया। जिस दिन तुसी उस झूठ नूं सच नहीं झूठ मनोगे ते सच नूं सच मनोगे, तुसी इस टाइम संसार नूं सच मान बैठे हो। मन ने अपनी मनमानी करके ये जो स्थाई नहीं है उन्होंने सच मान बैठा है। जदों इहदा ये भरम भुलेखा खत्म हो जाएगा, मन धुप जाएगा, मन की बुरी ऊर्जा खत्म हो जाएगी, ये एक शुद्ध सोच बन के, प्रेम वाली सोच बन के तुहाडे अंदर जिहड़ी आत्मा दी लो है, जिहड़ी आत्मा दा प्रभाव है, जो आत्मा दा स्वरूप है परमात्मा, वो तुहाडे सामने आएगा। और ये आत्मा निर्गुण रूप धारण करके सुन च चली जाएगी, सुन विच जाके ये अपनी जगह बनाएगी और ब्रह्म दे विच लीन हो जाएगी, परमेश्वर च लीन हो जाएगी, रब बन जाएगी। ये सफर है। समा हो गया,
ਇੰਨੀਆਂ ਬੇਨਤੀਆਂ ਪ੍ਰਵਾਨ ਕਰੋ, ਯਤਨ ਕਰਿਆ ਕਰੋ ਕਿ ਸਾਰਾ ਸਤਸੰਗ ਦਾ ਜੋ ਨਿਚੋੜ ਹੁੰਦਾ ਹੈ ਉਹ ਹੁੰਦਾ ਹੈ ਬੰਦਗੀ ਕਰੋ, ਸਿਮਰਨ ਕਰੋ, ਸਾਧਨਾ ਕਰੋ। ਸ਼ਬਦ ਤੁਹਾਡੇ ਸਭ ਕੋਲ ਹੈਗਾ, ਨਾਮ ਤੁਹਾਨੂੰ ਸਭ ਨੂੰ ਪਤਾ ਹੈ, ਬਸ ਉਹਦੀ ਸਾਧਨਾ ਕਰੋ। ਸੁਰਤ ਨੂੰ, ਧਿਆਨ ਨੂੰ ਨਾਲ ਜੋੜ ਕੇ ਸ਼ਬਦ ਦੀ ਸਾਧਨਾ ਕਰੋ। ਉਵੇਂ ਟੇਪ ਬੋਲੀ ਜਾਏਗੀ, ਮੂੰਹ ਬੋਲੀ ਜਾਏਗਾ, ਕੋਈ ਫਰਕ ਨਹੀਂ ਪੈਣਾ। ਧਿਆਨ ਸੁਰਤ ਵਿੱਚ ਹੋਵੇ। ਸਿੱਖੋ ਕਿਸੇ ਮਹਾਤਮਾ ਤੋਂ ਸ਼ਬਦ ਦੀ ਸਾਧਨਾ ਕਿਵੇਂ ਕਰਨੀ ਹੈ। ਮਨ ਜਦੋਂ ਮੰਨ ਗਿਆ, ਮਨ ਢਲ ਗਿਆ, ਵਿਕਾਰ ਆਪੇ ਹੀ ਢਲ ਗਏ ਸਾਰੇ, ਖਹਿੜਾ ਛੁੱਟ ਜਾਏਗਾ। ਆਤਮਾ ਹੀ ਪਰਮਾਤਮਾ ਬਣ ਕੇ ਤੁਹਾਨੂੰ ਦਰਸ਼ਨ ਹੋ ਜਾਣਗੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।